ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹਮਦਰਦ ਮੀਡੀਆ ਗਰੁੱਪ ਵਿੱਚ ਤੇ ਟੋਰਾਂਟੋ ਸਮੇਂ ਦੇ ਮੁਤਾਬਿਕ 3 ਵੱਜ ਚੁੱਕੇ ਨੇ। ਅਸੀਂ ਹਾਜ਼ਰਾਂ ਲੈ ਕੇ ਆਏ ਆਪਣਾ ਲਾਈਵ ਪ੍ਰੋਗਰਾਮ। ਸੋ ਸਾਡੇ ਦਰਸ਼ਕ ਕਾਫੀ ਸਮੇਂ ਤੋਂ ਸਾਨੂੰ ਫੋਨਸ ਕਰ ਰਹੇ ਸੀ, ਸਾਨੂੰ ਹਰ ਰੋਜ਼ ਕਾਲਸ ਆ ਰਹੀਆਂ ਸੀ ਤੇ ਕੈਨੇਡਾ ਇਮੀਗ੍ਰੇਸ਼ਨ ਵਿੱਚ ਜੋ ਚੇਂਜਸ ਦੇਖਣ ਨੂੰ ਮਿਲੀਆਂ ਨੇ ਜਾਂ ਕੀ ਇਹਦੇ ਵਿੱਚ ਕੋਈ ਕਿਸੇ ਨੂੰ ਰੋਕਿਆ ਜਾ ਰਿਹਾ ਇਸ ਵਕਤ ਕੈਨੇਡਾ ਆਉਣ ਤੋਂ, ਬਹੁਤ ਸਾਰੇ ਸਾਨੂੰ ਸਵਾਲ ਜਿਹੜੇ ਤੁਹਾਡੇ ਮਿਲ ਰਹੇ ਸੀ। ਸਾਡੇ ਲਾਈਵ ਪ੍ਰੋਗਰਾਮ ਵਿੱਚ ਵੀ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਲਾਹ ਲੈਣਾ ਚਾਹੁੰਦੇ ਸੀ। ਸੋ ਅੱਜ ਅਸੀਂ ਤੁਹਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਾਰੀ ਸਲਾਹ ਦੇਵਾਂਗੇ। ਕੀ ਕੁਝ ਚੇਂਜਸ ਆਏ ਨੇ, ਕੌਣ ਅਪਲਾਈ ਕਰ ਸਕਦਾ, ਕੌਣ ਨਹੀਂ ਅਪਲਾਈ ਕਰ ਸਕਦਾ, ਜੇਕਰ ਤੁਹਾਡਾ ਵੀਜ਼ਾ ਐਕਸਪਾਇਰ ਹੋਣ ਵਾਲਾ ਤੁਸੀਂ ਕਿਵੇਂ ਉਸ ਨੂੰ ਐਕਸਟੈਂਡ ਕਰਵਾ ਸਕਦੇ ਹੋ। ਕਿਸੇ ਵੀ ਤੁਸੀਂ ਇਮੀਗ੍ਰੇਸ਼ਨ ਸੰਬੰਧੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਲਾਈਵ ਦੇ ਵਿੱਚ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰਸ ਦੇ ਉੱਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜ਼ਿਆਦਾ ਜਾਣਕਾਰੀ ਲੈਣ ਲਈ। ਸੋ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜ਼ਿਆਦਾ ਜਾਣਕਾਰੀ ਦੇਣ ਲਈ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਵਾਲ ਤੁਹਾਡੇ ਫਿਊਚਰ ਦਾ ਹੈ। ਸੋ ਇਸ ਲਈ ਅਸੀਂ ਕਦੇ ਵੀ ਇੱਕ ਨਹੀਂ ਕਰਦੇ ਹੁੰਦੇ ਕਿ ਅਸੀਂ ਵੀ ਆਪਣੇ ਕੰਸਲਟੈਂਟਸ ਨੂੰ ਹਮੇਸ਼ਾ ਉਹਨਾਂ ਨੂੰ ਲੈ ਕੇ ਆਉਂਦੇ ਹੁੰਦੇ ਆਪਣੇ ਸਟੂਡੀਓ ਵਿੱਚ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੋਵੇ ਲਾਈਵ ਪ੍ਰੋਗਰਾਮ ਵਿੱਚ ਤੁਹਾਡੇ ਕਿਸੇ ਵੀ ਸਵਾਲ ਦਾ ਉਹ ਜਵਾਬ ਦੇਣ ਦੇ ਬਿਲਕੁਲ ਕਾਬਿਲ ਹੋਣ। ਸੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਆਪਣੀ ਫੀਲਡ ਦੇ ਵਿੱਚ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਅਸੀਂ ਆਪਣੇ ਸਟੂਡੀਓ ਵਿੱਚ ਇਨਵਾਈਟ ਕਰੀਏ, ਉਹਨਾਂ ਨਾਲ ਅਸੀਂ ਲਾਈਵ ਪ੍ਰੋਗਰਾਮ ਵਿੱਚ ਰਾਬਤਾ ਕਾਇਮ ਕਰੀਏ ਤਾਂ ਕਿ ਤੁਹਾਨੂੰ ਇੱਕ ਸਹੀ ਗਾਈਡੈਂਸ ਜਿਹੜੀ ਉਹ ਮਿਲ ਸਕੇ। ਮਨੂ ਜੀ, ਮੈਂ ਪਹਿਲਾਂ ਤੁਹਾਡੇ ICC ਇਮੀਗ੍ਰੇਸ਼ਨ ਬਾਰੇ ਥੋੜੀ ਜਿਹੀ ਜਾਣਕਾਰੀ ਲੈਣਾ ਚਾਹੂੰਗੀ ਕਿਉਂਕਿ ਦਰਸ਼ਕ ਜਾਣਨਾ ਚਾਹੁੰਦੇ ਨੇ ਅੱਜ ਦੇ ਸਮੇਂ ਵਿੱਚ ICC ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਕਿੰਨੇ ਸਮੇਂ ਦਾ ਤਜਰਬਾ ਹੋ ਚੁੱਕਿਆ ICC ਇਮੀਗ੍ਰੇਸ਼ਨ ਨੂੰ ਇਸ ਫੀਲਡ ਵਿੱਚ? जी बिल्कुल। मैं अपने जी ਲਈ ਰੁਕ ਰਹੇ ਹਾਂ ਕਿਉਂਕਿ ਸਾਨੂੰ ਲਗਾਤਾਰ ਜਿਹੜੇ ਤੁਹਾਡੇ ਸਵਾਲ ਮਿਲ ਰਹੇ ਨੇ। ਮੈਂ ਉਹਨਾਂ ਨੂੰ ਸਵਾਲਾਂ ਨੂੰ ਜਦ ਤੱਕ ਮਿਸਟਰ ਮਨੂ ਦੱਤਾ ਤੱਕ ਪਹੁੰਚਾਉਣੀ ਹਾਂ, ਉਹਨਾਂ ਤੋਂ ਇਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਫਿਰ ਵਾਪਸ ਆ ਰਹੇ ਹਾਂ ਅਸੀਂ। मुझे फैमिली स्पॉन्सर करना कैसे अच्छे से इमिग्रेशन कंपनी का नंबर बोलो जी। ICC इमिग्रेशन MD या RD ਨੂੰ ਮਿਲੋ, ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡਾ ਕੇਸ ਬਹੁਤ ਜਲਦੀ ਫਾਈਲ ਕਰ ਦੇਣਗੇ। MD या RD? I see। IC नहीं ICC। ओके, एड्रेस बोलो। 1137 डेरी रोड ईस्ट मिसिसागा, टेलीफोन 905 461 2424। I see। फिर ICC बोलो। ICC इमिग्रेशन 905 461 2424। हाँ, ਐਦਾਂ ਬਣਦੀ ਗੱਲ। आयो। ਕੀ ਤੁਸੀਂ ਕੈਨੇਡਾ ਵਿੱਚ ਸਟੱਡੀ ਵੀਜ਼ਾ, ਵਰਕ ਪਰਮਿਟ, ਨੈਨੀ ਕੇਅਰ ਗਿਵਰ ਜਾਂ ਫਿਰ ਕਿਸੇ ਹੋਰ ਕੈਟਾਗਰੀ ਅਧੀਨ ਆਏ ਹੋ ਅਤੇ ਹੁਣ PR ਲਈ ਅਪਲਾਈ ਕਰਨਾ ਚਾਹੁੰਦੇ ਹੋ ਤੇ ਇਸ ਲਈ ਤੁਸੀਂ ਤਲਾਸ਼ ਰਹੇ ਹੋ ਇੱਕ ਭਰੋਸੇਮੰਦ ਇਮੀਗ੍ਰੇਸ਼ਨ ਕੰਸਲਟੈਂਟ, ਤਾਂ ਅੱਜ ਹੀ ਸੰਪਰਕ ਕਰੋ ਵਰਲਡ ਗੇਟਵੇ ਇਮੀਗ੍ਰੇਸ਼ਨ ਦੇ ਜ਼ੋਰਾ ਸਿੰਘ ਕੈਂਟ ਦੇ ਨਾਲ, ਜੋ ਕਿ ICCRC CRCIC ਤੋਂ ਮਾਨਤਾ ਪ੍ਰਾਪਤ ਹਨ। ਭਾਰਤ ਲਈ 01191 98784 66383 ਅਤੇ ਮੈਨੀਟੋਬਾ ਲਈ 001 204 295 4449। हर इंसान का फर्ज बनता है कि अपनी सेहत का ख्याल रखे। फिर भी अगर कोई छोटी तो छोटी वड्डी तो वड्डी नामुराद बीमारी ने घेर ही लिया है तो सिर्फ एक ही नाम जो सारी दुनिया तो लियांदियां जड़ियां बूटियां नाल बिना साइड इफेक्ट्स के इलाज करते हैं। सलाह मशवरे लिए सिर्फ एक बार फोन करो, हर इलाज संभव है। पुराना ते जानिया पछाणिया ਸੋ ਦੋਸਤੋ, ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ, ਜੋ ਕਿ ਅੱਜ ਤੁਹਾਡੇ ਇਮੀਗ੍ਰੇਸ਼ਨ ਸੰਬੰਧੀ ਸਵਾਲਾਂ ਦੇ ਜਵਾਬ ਦੇਣਗੇ। ਸੋ ICC ਇਮੀਗ੍ਰੇਸ਼ਨ, ਜਿਸ ਨੂੰ ਕਿ ਇਮੀਗ੍ਰੇਸ਼ਨ ਦੀ ਫੀਲਡ ਵਿੱਚ 10 ਸਾਲ ਤੋਂ ਵੀ ਵੱਧ ਦਾ ਤਜਰਬਾ ਹੋ ਚੁੱਕਿਆ ਹੈ। ਸੋ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਅਸੀਂ ਇੱਕ ਤਜਰਬੇਕਾਰ ਕੰਸਲਟੈਂਟ ਨੂੰ ਤੁਹਾਡੇ ਰੂਬਰੂ ਕਰੀਏ ਜੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਣ। ਸੋ ਮਨੂ ਜੀ, ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਦਰਸ਼ਕਾਂ ਦੇ ਸਵਾਲ ਵੀ ਕਾਫੀ ਹੈਗੇ ਸੀ ਤੇ ਇਮੀਗ੍ਰੇਸ਼ਨ ਸੰਬੰਧੀ ਜੋ ਇਸ ਵਕਤ ਜਦੋਜਹਿਦ ਹਰ ਮੁਲਕ ਵਿੱਚ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ
ਕੈਨੇਡਾ ਦੇ ਕੀ ਗੁਆਂਢੀ ਮੁਲਕ ਅਮਰੀਕਾ ਦੀ ਤਰ੍ਹਾਂ ਕੋਈ ਪ੍ਰਤੀਬੰਧ, ਕੋਈ ਬੈਨ ਲਗਾਏ ਨੇ, ਜਾਂ ਫਿਰ ਕੈਨੇਡਾ ਦੇ ਵਿੱਚ ਇੰਨਾ ਜ਼ਿਆਦਾ ਇਸ ਵਕਤ ਔਖਾ ਨਹੀਂ ਹੈ ਇਮੀਗ੍ਰੇਸ਼ਨ ਦੇ ਵਿੱਚ ਅਪਲਾਈ ਕਰਨਾ? ਕਰਨ ਜੀ ਹਾਲੇ ਤੱਕ ਕੋਈ ਬੈਨ ਨਹੀਂ ਲੱਗਾ ਹੋਇਆ ਜੀ। ਕੈਨੇਡੀਅਨ ਇਮੀਗ੍ਰੇਸ਼ਨ, ਕੈਨੇਡੀਅਨ ਫਾਈਲਸ ਉਸੇ ਤਰ੍ਹਾਂ ਪ੍ਰੋਸੈਸ ਹੋ ਰਹੀਆਂ। ਸਾਡੇ ਇਮੀਗ੍ਰੇਸ਼ਨ ਮਿਨਿਸਟਰ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਹਾਲੇ ਤੱਕ ਕੋਈ ਅਨਾਉਂਸਮੈਂਟ ਇਹੋ ਜਿਹੀ ਨਹੀਂ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਬੈਨ ਲੱਗੇਗਾ। ਉਹਦਾ ਰੀਜ਼ਨ ਹੈਗਾ ਕਿ ਸਾਡੀ ਜਿਹੜੀ ਕੈਨੇਡੀਅਨ ਇਕਨੋਮੀ ਹੈਗੀ ਹੈ ਉਹ ਇਮੀਗ੍ਰੈਂਟਸ ਦੇ ਉੱਤੇ ਡਿਪੈਂਡੈਂਟ ਹੈਗੀ ਹੈ। ਐਂਡ ਜਦੋਂ ਵੀ ਰਿਸੈਸ਼ਨ ਆਵੇ ਜਾਂ ਡਾਊਨਫਾਲ ਆਵੇ, ਉਹਦੇ ਚ ਬਾਹਰ ਆਉਣ ਦੇ ਵਿੱਚ ਇਮੀਗ੍ਰੈਂਟਸ ਬਹੁਤ ਅਹਿਮ ਰੋਲ ਪਲੇ ਕਰਦੇ ਨੇ। ਸੋ ਕੈਨੇਡੀਅਨਸ ਨੂੰ ਇਹ ਪਤਾ ਹੈ ਕਿ ਇਮੀਗ੍ਰੈਂਟਸ ਨੇ ਆ ਕੇ ਅਹਿਮ ਰੋਲ ਹੀ ਪਲੇ ਕਰਨਾ ਹੈਗਾ। ਦੈਟ ਇਜ਼ ਦਾ ਰੀਜ਼ਨ ਕੋਈ ਵੀ ਬੈਨ ਨਹੀਂ ਹੈਗਾ, ਫਾਈਲਸ ਉਸੇ ਤਰ੍ਹਾਂ ਪ੍ਰੋਸੈਸ ਹੋ ਰਹੀਆਂ। ਜੀ ਸਰ, ਜਦੋਂ ਵੀ ਆਪਣੀ ਮੁਲਾਕਾਤ ਹੁੰਦੀ ਹੈ ਆਪਣੇ ਪ੍ਰੋਗਰਾਮ ਦੇ ਵਿੱਚ, ਸਟੂਡੀਓ ਵਿੱਚ, ਮੈਂ ਤੁਹਾਡੀ ਹਮੇਸ਼ਾ ਇਹੀ ਮੇਰਾ ਪਹਿਲਾ ਕੁਐਸਚਨ ਹੁੰਦਾ ਕਿ ਕੋਈ ਅੱਜ ਡਰਾ ਨਿਕਲਿਆ। ਸੋ ਮੈਂ ਅੱਜ ਦੇ ਪ੍ਰੋਗਰਾਮ ਦੀ ਵੀ ਸ਼ੁਰੂਆਤ ਇਸੇ ਗੱਲ ਤੋਂ ਕਰਨਾ ਚਾਹੂੰਗੀ। ਤੁਸੀਂ ਕਿਹਾ ਕੋਈ ਬੈਨ ਨਹੀਂ ਹੈ, ਕੰਮਕਾਰ ਉਵੇਂ ਜਾਰੀ ਹੈ। ਸੋ ਕੀ ਕੋਈ ਅੱਜ ਡਰਾ ਨਿਕਲਿਆ ਇਸ ਦਾ? ਬਿਲਕੁਲ ਤਰਨ ਜੀ, ਅੱਜ ਵੀ ਇੱਕ ਡਰਾ ਆਊਟ ਹੋਇਆ ਹੈਗਾ ਜੀ। ਐਂਡ ਤਕਰੀਬਨ 600 ਇਨਵੀਟੇਸ਼ਨ ਦਿੱਤੇ ਗਏ ਨੇ 692 ਦੇ ਸਕੋਰ ਦੇ ਉੱਤੇ। ਸੋ ਦੈਟ ਮੀਨਸ 600 ਇਨਵੀਟੇਸ਼ਨ ਉਹਨਾਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਦੇ ਕੋਲ ਪੀਐਨਪੀ ਸਰਟੀਫਿਕੇਟ ਸੀਗੇ। ਸੋ ਪੀਐਨਪੀ ਸਰਟੀਫਿਕੇਟਸ ਵਾਲੇ ਅੱਜ ਐਪਲੀਕੇਸ਼ਨ ਪਿਕ ਹੋਈਆਂ ਹੈਗੀਆਂ, 600 ਐਪਲੀਕੇਸ਼ਨ ਪਿਕ ਹੋਈਆਂ। ਐਂਡ ਆਪਣਾ ਡਰਾ ਉਸੇ ਤਰ੍ਹਾਂ ਚੱਲ ਰਹੇ ਨੇ। ਅਪ੍ਰੈਲ ਦੇ ਮਹੀਨੇ ਦੀ ਜੇ ਗੱਲ ਕਰੀਏ, ਤਕਰੀਬਨ 5th ਡਰਾ ਹੈਗਾ ਆ ਐਕਸਪ੍ਰੈਸ ਐਂਟਰੀ ਨੂੰ ਲੈ ਕੇ ਜੀ। ਤੇ ਸਰ, ਜਿਵੇਂ ਤੁਸੀਂ ਦੱਸਿਆ ਕਿ ਐਕਸਪ੍ਰੈਸ ਐਂਟਰੀ ਨੂੰ ਲੈ ਕੇ ਡਰਾ ਹੈ, ਤੇ ਕੀ ਇਹ ਜਿਹੜੇ ਡਰਾ ਨਿਕਲ ਰਹੇ ਨੇ ਇਹ ਹੁਣ ਸਿਰਫ ਕੈਨੇਡੀਅਨ ਐਕਸਪੀਰੀਅੰਸ ਹੋਲਡਰਸ ਦੇ ਲਈ ਹੀ ਬੈਨੀਫੀਸ਼ੀਅਲ ਨੇ, ਜਾਂ ਫਿਰ ਕਿਤੋਂ ਵੀ ਅਸੀਂ ਕੈਨੇਡਾ ਤੋਂ ਬਾਹਰ ਵੀ ਜਿਨ੍ਹਾਂ ਦੇ ਪੁਆਇੰਟਸ ਬਣ ਰਹੇ ਨੇ ਉਹ ਅਪਲਾਈ ਕਰ ਸਕਦੇ ਨੇ? ਕਰਨ ਜੀ 692 ਪੁਆਇੰਟਸ ਤੇ ਉਹਦੇ ਹੀ ਬਣਨਗੇ ਜਿਹਦੇ ਕੋਲ ਪੀਐਨਪੀ ਸਰਟੀਫਿਕੇਟ ਹੋਏਗਾ, ਵਿਦਆਊਟ ਉਹ ਕਟ ਆਫ ਹੈਗਾ ਮਤਲਬ। ਤੋ ਉਹ 600 ਸਰਟੀਫਿਕੇਟ 600 ਆ ਹੀ ਤਾਂ ਸਕਦੇ ਨੇ ਜੇ ਪੀਐਨਪੀ ਸਰਟੀਫਿਕੇਟ ਹੈਗਾ। ਸੋ 600 ਦਾ ਮਤਲਬ ਇਹ ਹੋ ਗਿਆ ਕਿ ਜਿੰਨੇ ਪੀਐਨਪੀ ਸਰਟੀਫਿਕੇਟ ਸੀਗੇ, ਭਾਵੇਂ ਵਿਦਿਨ ਕੈਨੇਡਾ ਸੀਗੇ ਭਾਵੇਂ ਆਊਟਸਾਈਡ ਸੀਗੇ, ਉਹਨਾਂ ਦੀ ਐਪਲੀਕੇਸ਼ਨ ਪਿਕ ਹੋਈਆਂ ਹੈਗੀਆਂ। ਐਂਡ ਨਾਲ ਦੀ ਨਾਲ ਜਿਹੜੇ 2 ਡਰਾਜ਼ ਹੋਏ ਸੀਗੇ ਐਕਸਪ੍ਰੈਸ ਐਂਟਰੀ ਦੇ, ਉਹ ਹੋਏ ਸੀਗੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ। ਸੋ ਟੈਕਨੀਕਲੀ 2 ਕੈਨੇਡੀਅਨ ਐਕਸਪੀਰੀਅੰਸ ਕਲਾਸ, ਬਾਕੀ 3 ਪੀਐਨਪੀ ਦੇ ਡਰਾਜ਼ ਹੋਏ ਨੇ ਵਿਦ ਪੀਐਨਪੀ ਸਰਟੀਫਿਕੇਟਸ। ਸੋ ਜਿਨ੍ਹਾਂ ਦੇ ਕੋਲ ਪੀਐਨਪੀ ਸਰਟੀਫਿਕੇਟ ਹੈਗੇ ਨੇ ਉਹ ਹਾਲੇ ਵੀ ਕੇਸਿਸ ਪ੍ਰੋਸੈਸ ਹੋ ਰਹੇ ਨੇ ਜੀ। ਤਾਂ ਓਨਟਾਰੀਓ ਪੀਐਨਪੀ ਤੇ ਅਸੀਂ ਲਾਸਟ ਟਾਈਮ ਵੀ ਡਿਸਕਸ ਕੀਤਾ ਸੀ ਕਿ ਬਹੁਤ ਸਾਰੇ ਕੈਂਡੀਡੇਟਸ ਇਸ ਵਕਤ ਨਜ਼ਰਾਂ ਟਿਕਾਈ ਬੈਠੇ ਨੇ। ਸੋ ਕੀ ਉਹਦੇ ਵਿੱਚ ਕੋਈ ਚੇਂਜਸ ਜਾਂ ਕੋਈ ਡਰਾ ਦੇ ਬਾਰੇ ਵਿੱਚ ਤੁਸੀਂ ਕੋਈ ਗੱਲ ਕਰਨਾ ਚਾਹੋਗੇ? ਕਰਨ ਜੀ, ਓਨਟਾਰੀਓ ਪੀਐਨਪੀ ਦਾ ਹਾਲੇ ਵੀ ਕੋਈ ਡਰਾ ਆਊਟ ਨਹੀਂ ਹੋਇਆ ਜੀ ਸਰ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ, ਅਸੀਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੀ ਟੀਵੀ ਸਕਰੀਨ ਦੀ ਪਲੀਜ਼ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਜੀ ਸਰ, ਹੁਣ ਡਾਇਰੈਕਟਲੀ ਸਾਡੇ ਨਾਲ ਫੋਨ ਤੇ ਗੱਲ ਕਰੋ। ਟੀਵੀ ਸਕਰੀਨ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਜ਼ਰੂਰ ਕਰ ਦਿਓ। ਹੈਲੋ ਹੈਲੋ, ਮੈਂ ਮਾਫੀ ਚਾਹਾਂਗੀ, ਤੁਹਾਡਾ ਫੋਨ ਅਸੀਂ ਕੱਟ ਰਹੇ ਹਾਂ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਦੋਂ ਵੀ ਤੁਸੀਂ ਸਾਨੂੰ ਕਾਲ ਕਰਦੇ ਹੋ, ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਜ਼ਰੂਰ ਘੱਟ ਕਰ ਦੇਵੋ। ਸਾਡੇ ਨਾਲ ਡਾਇਰੈਕਟਲੀ ਤੁਸੀਂ ਫੋਨ ਤੇ ਗੱਲ ਕਰੋ, ਕਿਉਂਕਿ ਐਦਾਂ ਨਾ ਤਾਂ ਸਾਨੂੰ ਤੁਹਾਡੀ ਆਵਾਜ਼ ਸਮਝ ਆ ਰਹੀ ਹੈ, ਨਾ ਤੁਸੀਂ ਸਾਡੀ ਆਵਾਜ਼ ਸੁਣ ਪਾਓਗੇ। ਸੋ ਜੀ ਮਨੂ ਜੀ, ਮੈਂ ਗੱਲ ਕਰ ਰਹੀ ਸੀ ਓਨਟਾਰੀਓ ਪੀਐਨਪੀ ਦੀ ਗੱਲਬਾਤ ਕਰ ਰਹੀ ਸੀ ਜੀ। ਇਹਦੇ ਬਾਰੇ ਵਿੱਚ ਥੋੜੀ ਜਿਹੀ ਅਪਡੇਸ਼ਨ ਹੋਵੇ ਕੋਈ? ਓਨਟਾਰੀਓ ਪੀਐਨਪੀ ਦਾ ਹਾਲੇ ਕੋਈ ਅਪਡੇਟ ਨਹੀਂ ਹੈਗਾ। ਸਿਰਫ 26 ਐਪਲੀਕੇਸ਼ਨਸ ਪਿਕ ਹੋਈਆਂ ਜੀ ਇਸ ਵੀਕ ਦੇ ਵਿੱਚ। ਉਹ ਐਂਟਰਪ੍ਰੀਨਿਓਰ ਕੈਟੇਗਰੀ ਦੀਆਂ ਹੋਈਆਂ। ਅਦਰਵਾਈਜ਼ ਜੇ ਅਸੀਂ ਸਟੂਡੈਂਟਸ ਵਾਸਤੇ ਜਾਂ ਐਮਪਲੋਇਰ ਡਰਿਵਨ ਪ੍ਰੋਗਰਾਮਸ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਪਿਕ ਨਹੀਂ ਹੋਈ। ਸੋ ਸਟੂਡੈਂਟਸ ਜਿੰਨੇ ਓਨਟਾਰੀਓ ਦੇ ਸਟੂਡੈਂਟਸ ਹੈਗੇ ਨੇ ਐਂਡ ਆਹ ਸੋਚ ਕੇ ਬੈਠੇ ਨੇ ਕਿ ਓਨਟਾਰੀਓ ਪੀਐਨਪੀ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗ ਜਾਏਗੀ, ਪਿਕ ਹੋ ਜਾਏਗੀ, ਉਹ ਸਾਰੇ ਸਟੂਡੈਂਟਸ ਨੂੰ ਮੈਂ ਕਹੂੰਗਾ ਕਿ ਬਾਈ ਹੈਵ ਅ ਪਲਾਨ ਬੀ ਫॉर योरसेल्फ। ਪਲਾਨ ਏ ਦੇ ਉੱਤੇ ਇਕੱਲੇ ਡਿਪੈਂਡੈਂਟ ਨਾ ਰਹੋ, ਬਿਕੋਜ਼ ਪਲਾਨ ਏ ਦੇ ਵਿੱਚ ਜੇ ਗੱਲ ਕਰੀਏ ਤਾਂ ਲਾਸਟ ਈਅਰ 2019 ਦੇ ਵਿੱਚ ਸਿਰਫ 1349 ਐਪਲੀਕੇਸ਼ਨ ਪੀਐਨਪੀ ਦੇ ਵਿੱਚ ਪਿਕ ਹੋਈਆਂ ਸੀ ਐਮਪਲੋਇਰ ਡਰਿਵਨ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ। ਇਸ ਸਾਲ ਦੀ ਗੱਲ ਕਰੀਏ ਤੇ ਹਾਲੇ ਤੱਕ 1250 ਐਪਲੀਕੇਸ਼ਨਾਂ ਪਿਕ ਹੋ ਚੁੱਕੀਆਂ। ਸੋ ਜੇ ਤੁਸੀਂ ਇਕੱਲਾ ਓਨਟਾਰੀਓ ਪੀਐਨਪੀ ਸੋਚ ਕੇ ਬੈਠੇ ਰਹੋਗੇ ਤੇ ਹੋ ਸਕਦਾ ਤੁਸੀਂ ਝੂਠਾ ਦਿਲਾਸਾ ਲੈ ਕੇ ਬੈਠੇ ਰਹੋ। ਹੈਵ ਅ ਪਲਾਨ ਬੀ ਫॉर योरसेल्फ ਐਂਡ ਖਾਸ ਕਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ, ਬਿਕੋਜ਼ 2 ਸਾਲ ਦੇ ਬਾਅਦ ਤਾਂ ਵੈਸੇ ਵੀ ਜਦੋਂ ਤੁਸੀਂ ਕੁਆਲੀਫਾਈ ਆਪਣੀ ਪੜ੍ਹਾਈ ਖਤਮ ਕੀਤੇ ਹੋਏ ਤੁਹਾਨੂੰ 2 ਸਾਲ ਹੋ ਗਏ ਤੇ ਵੈਸੇ ਵੀ ਤੁਸੀਂ ਓਨਟਾਰੀਓ ਪੀਐਨਪੀ ਵਾਸਤੇ ਤੁਹਾਡੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਦੇ ਵਿੱਚ ਇੰਪਲੋਇਮੈਂਟ ਹੋਵੇ ਤਾਂ ਕੁਆਲੀਫਾਈ ਨਹੀਂ ਕਰ ਪਾਓਗੇ। ਸੋ ਪਲਾਨ ਇਟ ਆਊਟ, ਦੇਖੋ ਕਿ ਤੁਸੀਂ ਕਿਸ ਤਰ੍ਹਾਂ ਕੁਆਲੀਫਾਈ ਕਰ ਸਕਦੇ ਹੋ। ਪਲਾਨ ਬੀ ਵਾਸਤੇ ਡਿਸਕਸ ਕਰਨ ਵਾਸਤੇ ਤੁਸੀਂ ਸਾਨੂੰ ਹਾਲੇ ਵੀ ਕਾਲ ਕਰ ਸਕਦੇ ਹੋ। ਤੁਹਾਡੀ ਵੀ ਆਰ ਅਟੈਂਡਿੰਗ ਆਲ ਯੂਰ ਕਾਲਸ, ਆਲ ਯੂਰ ਈਮੇਲਸ।
ਐਂਡ ਵੀਡੀਓ ਕਾਨਫਰੰਸਿੰਗ ਵੀ ਚਾਹੋ ਤੇ ਉਹ ਵੀ ਸਾਡੇ ਆਫਿਸ ਦੇ ਵਿੱਚ ਪੋਸੀਬਲ ਹੈਗੀ ਹੈ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਗਾਈਡ ਕਰਨ ਦਾ। ਜੀ ਸਰ ਹੁਣ ਥੋੜਾ ਜਿਹਾ ਸਟੂਡੈਂਟਸ ਦਾ ਆ ਜਾਈਏ, ਜਿਵੇਂ ਇਸ ਵਕਤ ਮਾਹੌਲ ਚੱਲ ਰਿਹਾ, ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਇਸ ਵਕਤ ਛੁੱਟੀਆਂ ਦੇ ਵਿੱਚ ਵਾਪਸ ਬੈਕ ਹੋਮ ਆਪਣੇ ਗਏ ਹੋਏ ਸੀ ਤੇ ਹੁਣ ਉੱਥੇ ਸਟਕ ਹੋ ਕੇ ਰਹਿ ਚੁੱਕੇ ਨੇ ਤੇ ਉਹਨਾਂ ਦੇ ਸਮੈਸਟਰਸ ਜਿਹੜੇ ਆ ਸ਼ੁਰੂ ਹੋਣ ਵਾਲੇ ਨੇ ਜਾਂ ਆਨਲਾਈਨ ਸਟੱਡੀ ਸ਼ੁਰੂ ਹੋ ਚੁੱਕੀ ਹੈ, ਕੀ ਉਹਨਾਂ ਦੇ ਅੱਗੇ ਵਰਕ ਪਰਮਿਟ ਪ੍ਰੋਸੈਸ ਦੇ ਉੱਤੇ ਇਸ ਦਾ ਕੋਈ ਅਸਰ ਪਏਗਾ? ਉਹਨਾਂ ਨੂੰ ਡੈਫਰਲ ਰਹਿਣਾ ਪਏਗਾ ਜੀ ਐਂਡ ਐਸ ਸਰਕਮਸਟੈਂਸਸ ਇਹੋ ਜਿਹੇ ਹੈਗੇ ਨੇ ਤਰਨ ਕਿ ਹੋ ਸਕਦਾ ਹੈ ਕਿ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵੀ ਇਹਦੇ ਉੱਤੇ ਇੱਕ ਡਿਫਰੈਂਟ ਸਟੈਂਡਸ ਲਵੇ। ਹਾਲੇ ਅੱਜ ਦੀ ਤਰੀਕ ਦੇ ਉੱਤੇ ਕੋਈ ਅਪਡੇਟਸ ਇਹਦੇ ਬਾਰੇ ਨਹੀਂ ਆਈਆਂ ਬਟ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀਆਂ ਹੈਗੀਆਂ, ਪੋਸੀਬਿਲਿਟੀ ਹੈਗੀ ਹੈ। ਸੋ ਬਟ ਜਿਹੜੇ ਬੈਕ ਹੋਮ ਛੁੱਟੀਆਂ ਤੇ ਗਏ ਹੋਏ ਸੀਗੇ ਐਂਡ ਤਾਂ ਹੀ ਗਏ ਹੋਣਗੇ ਜੇ ਉਹਨਾਂ ਨੇ ਆਪਣਾ ਡ੍ਰੌਪ ਲਿੱਤਾ ਹੋਇਆ ਇਸ ਸਮੈਸਟਰ ਦਾ। ਜੇ ਨਹੀਂ ਲਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਜਾਣਾ ਗਏ ਤੇ ਉੱਥੇ ਸਟਕ ਹੋ ਗਏ ਤੇ ਦੇ ਵਿਲ ਹੈਵ ਟੂ ਟੇਕ ਅ ਡੈਫਰਲ ਟੂ ਦ ਨੈਕਸਟ ਸਮੈਸਟਰ ਐਂਡ ਉਹ ਇੰਪੈਕਟ ਤਾਂ ਜ਼ਰੂਰ ਕਰੇਗਾ ਬਟ ਉਹਦੇ ਤੱਕ ਜਦ ਤੱਕ ਉਹ ਇੰਪੈਕਟ ਕਰੇਗਾ ਤਾਂ ਤੱਕ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵੱਲੋਂ ਵੀ ICCRC ਵੱਲੋਂ ਵੀ IRCC ਵੱਲੋਂ ਵੀ ਸਾਨੂੰ ਐਕਸਪੈਕਟਡ ਹੈ ਕਿ ਉਹ ਅਪਡੇਟਸ ਆਉਣਗੀਆਂ। ਜੀ ਕੁਝ ਦਾ ਸਵਾਲ ਹੈ ਕਿ ਜਿਹੜੇ ਇਸ ਵਕਤ ਆਨਲਾਈਨ ਸਟੱਡੀ ਦਾ ਆਪਸ਼ਨ ਦਿੱਤਾ ਗਿਆ ਕਿ ਜਿਨ੍ਹਾਂ ਨੇ ਐਡਮਿਸ਼ਨ ਲੈ ਲਈ ਸੀ, ਫਿਲਹਾਲ ਇੱਥੇ ਕੈਨੇਡਾ ਵਿੱਚ ਉਹ ਲੈਂਡ ਨਹੀਂ ਹੋ ਪਾਏ ਹੈਗੇ ਤੇ ਉਹਨਾਂ ਨੂੰ ਆਪਸ਼ਨ ਦਿੱਤਾ ਗਿਆ ਕਿ ਉਹ ਆਨਲਾਈਨ ਸਟੱਡੀ ਕਰ ਸਕਦੇ ਨੇ। ਇਹ ਵੀ ਸੁਣਨ ਵਿੱਚ ਆਇਆ ਕਿ ਆਨਲਾਈਨ ਸਟੱਡੀ ਕਰਨ ਤੇ ਤੁਹਾਡੇ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪੋਸਟ ਗ੍ਰੈਡ ਵਰਕ ਪਰਮਿਟ ਜਿਹੜਾ ਤੁਸੀਂ ਅਪਲਾਈ ਕਰਨਾ ਹੁੰਦਾ ਉਹਦੇ ਉੱਤੇ ਇਸ ਦਾ ਇੰਪੈਕਟ ਪਏਗਾ। ਕੀ ਇਹ ਵਾਕਈ ਸਹੀ ਹੈ ਕਿ ਇਸ ਦਾ ਇੰਪੈਕਟ ਪਏਗਾ ਤੇ ਜੇ ਪਏਗਾ ਤਾਂ ਕਿੰਨਾ ਉੱਤੇ ਪਏਗਾ? ਕਰਨ ਹਲੇ ਉਹਦੀ ਸਾਰੀਆਂ ਅਪਡੇਟਸ ਨਹੀਂ ਆਈਆਂ। ਦ ਰੀਜ਼ਨ ਇਜ਼ ਕਿ ਹਲੇ ਜੇ ਕਾਲਜ ਯੂਨੀਵਰਸਿਟੀ ਦੀ ਗੱਲ ਕਰੀਏ, ਕਾਲਜ ਯੂਨੀਵਰਸਿਟੀਜ਼ ਬੰਦ ਹੈਗੀਆਂ ਸਾਰੀਆਂ ਐਂਡ ਸਾਰੀਆਂ ਆਨਲਾਈਨ ਕੋਰਸਿਸ ਹੀ ਪ੍ਰੋਵਾਈਡ ਕਰ ਰਹੀਆਂ ਹੈਗੀਆਂ। ਸੋ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਸੀਗੇ ਜਿਨ੍ਹਾਂ ਨੇ ਐਡਮਿਸ਼ਨਸ ਲਿੱਤੀਆਂ ਸੀਗੀਆਂ ਐਂਡ ਦੇ ਹੈਵ ਬੀਨ ਐਨਰੋਲਡ ਫॉर ਦ ਮੇ ਸੈਸ਼ਨ, ਉਹ ਆਉਣ ਵਾਲੇ ਮੇ ਦੇ ਵਿੱਚ ਪਤਾ ਚੱਲੇਗਾ ਬਿਕੋਜ਼ ਹੋ ਸਕਦਾ ਕਿ ਮੇ ਦੀ 15 ਤਰੀਕ ਤੱਕ 20 ਤਰੀਕ ਤੱਕ ਸਾਰਾ ਲੋਕਡਾਊਨ ਖੁੱਲਣ ਦੇ ਚਾਂਸਸ ਹੈਗੇ ਨੇ, ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋ ਸਕਦੀਆਂ ਹੈਗੀਆਂ। ਸੋ ਜੇ ਇਨ ਕੇਸ ਉਹ ਚੀਜ਼ ਹੁੰਦੀ ਹੈ ਤੇ ਦੇ ਹੈਵ ਦੈਨ ਆਪਸ਼ਨ ਟੂ ਟਰੈਵਲ ਬੈਕ ਇਨ ਐਂਡ ਇਨ ਕੇਸ ਉਹ ਲੋਕਡਾਊਨ ਕੰਟੀਨਿਊ ਰਹੇਗਾ ਤੇ ਉਹ ਆਨਲਾਈਨ ਹੀ ਸਟੱਡੀ ਕਰ ਪਾਣਗੇ ਐਂਡ ਆਨਲਾਈਨ ਸਟੱਡੀ ਕਰਨਗੇ ਤੇ ਹਲੇ ਕੋਈ ਅਪਡੇਟ ਨਹੀਂ ਹੈਗਾ ਕਿ ਉਹਨਾਂ ਦਾ ਪੋਸਟ ਗ੍ਰੈਡ ਵਰਕ ਪਰਮਿਟ ਇੰਪੈਕਟ ਹੋਏਗਾ ਜਾਂ ਨਹੀਂ ਹੋਏਗਾ। ਇਹ ਆਉਣ ਵਾਲਾ ਸਮੇਂ ਦੱਸੇਗਾ ਬਟ ਐਸ ਸਰਕਮਸਟੈਂਸਸ ਜਿਹੜੇ ਹੈਗੇ ਨੇ ਇਹ ਇੰਟਰਨੈਸ਼ਨਲ ਸਟੂਡੈਂਟ ਸਾਰਿਆਂ ਵਾਸਤੇ ਸੇਮ ਹੈਗੇ ਨੇ। ਸੋ ਜੇ ਇੰਪੈਕਟ ਹੋਏਗਾ ਤੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੁਬਾਰਾ ਇਹਦੇ ਬਾਰੇ ਇੱਕ ਨਵਾਂ ਅਪਡੇਟਸ ਜਾਰੀ ਕਰਨਗੇ, ਇਹਦੇ ਬਾਰੇ ਨਵੇਂ ਮੇਜਰਸ ਜਾਰੀ ਕਰਨਗੇ ਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੰਪੈਕਟ ਨਾ ਕਰੇ। ਜੀ ਸਰ, ਕੁਝ ਨੂੰ ਇਹ ਵੀ ਆਪਸ਼ਨਸ ਆਏ ਸੀ ਕਿਉਂਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੁਝ ਯੂਨੀਵਰਸਿਟੀਜ਼ ਜਿਹੜੀਆਂ ਨੇ ਆਪਣੇ ਜਿਹੜੇ ਸਟੂਡੈਂਟਸ ਜਿਨ੍ਹਾਂ ਨੂੰ ਐਡਮਿਸ਼ਨ ਮਿਲੀ ਸੀ ਉਹਨਾਂ ਦੇ ਨੈਕਸਟ ਸਮੈਸਟਰ ਦੇ ਵਿੱਚ ਉਹਨਾਂ ਨੂੰ ਡੈਫਰ ਕਰ ਰਹੀਆਂ ਨੇ। ਮਤਲਬ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਜੇ ਤੁਸੀਂ ਮਈ ਇਨਟੇਕ ਵਿੱਚ ਆਉਣਾ ਸੀ ਤਾਂ ਤੁਸੀਂ ਨੈਕਸਟ ਸੈਪਟੈਂਬਰ ਇਨਟੇਕ ਦੇ ਵਿੱਚ ਕਲਾਸਿਸ ਲੈ ਸਕਦੇ ਹੋ। ਕਿ ਇਸ ਨਾਲ ਉਹਨਾਂ ਦੇ ਉੱਤੇ ਕੋਈ ਅਸਰ ਪਏਗਾ? ਕਿ ਉਹਨਾਂ ਨੂੰ ਅਗਲੇ ਬੈਚ ਲਈ ਡੈਫਰ ਕਰਨਾ ਉਹ ਸਹੀ ਆਪਸ਼ਨ ਹੈ? ਐਬਸੋਲੂਟਲੀ, ਜੇ ਉਹ ਟਰੈਵਲ ਹੀ ਨਹੀਂ ਕਰ ਸਕਦੇ ਐਂਡ ਉਹਨਾਂ ਦੀ ਐਡਮਿਸ਼ਨਸ ਡੈਫਰ ਹੋ ਰਹੀਆਂ ਹੈਗੀਆਂ ਸੈਪਟੈਂਬਰ ਵਾਸਤੇ, ਆਈ ਥਿੰਕ ਦੈਟ ਇਜ਼ ਅ ਵਾਈਸ ਡਿਸੀਜਨ ਫॉर them to proceed with and ਉਹ decision is a good decision for them and ਜਦੋਂ ਕਲਾਸਿਸ ਸ਼ੁਰੂ ਹੋਣਗੀਆਂ ਇਵਨ ਜਿਨ੍ਹਾਂ ਨੇ ਹਲੇ ਅਪਲਾਈ ਕਰਨਾ, ਆਈ ਥਿੰਕ ਸੈਪਟੈਂਬਰ would be too difficult for them to get into, ਸੋ ਉਹਨਾਂ ਵਾਸਤੇ ਵੀ ਜੇ ਜਨਵਰੀ ਸੈਸ਼ਨ ਦੇ ਵਿੱਚ ਐਡਮਿਸ਼ਨ ਮਿਲਦਾ ਦੈਟ ਵੁੱਡ ਬੀ ਅ ਗੁੱਡ ਆਪਸ਼ਨ। ਸੋ ਜਿਹੜੇ ਸਟੂਡੈਂਟਸ ਨੇ ਹਲੇ ਅਪਲਾਈ ਕਰਨਾ, ਜਿਨ੍ਹਾਂ ਨੇ ਹਲੇ ਐਡਮਿਸ਼ਨ ਵਾਸਤੇ ਅਪਲਾਈ ਕਰਨਾ, ਸੋ ਇਹ ਥੋੜਾ ਜਿਹਾ ਹੌਚ-ਪੌਚ ਜ਼ਰੂਰ ਹੋਇਆ ਬਿਕੋਜ਼ ਮੇ ਵਾਲੇ ਸਟੂਡੈਂਟ ਸਾਰੇ ਸੈਪਟੈਂਬਰ ਰੈਫਰ ਹੋ ਜਾਣਗੇ, ਸੈਪਟੈਂਬਰ ਵਾਲੇ ਅੱਗੇ ਜਨਵਰੀ ਵਾਸਤੇ ਵੀ ਹੋ ਸਕਦੇ ਨੇ। ਸੋ ਯੈਸ, ਥੋੜਾ ਇੰਪੈਕਟ ਇਹਦਾ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਜ਼ਰ ਆਏਗਾ। ਸਰ, ਜਿਨ੍ਹਾਂ ਨੂੰ ਇਨਵੀਟੇਸ਼ਨ ਆ ਚੁੱਕਿਆ ਕਾਲਜਸ ਦੇ ਵੱਲੋਂ ਕਿ ਉਹ ਆਪਣੀ ਫੀਸ ਜਿਹੜੀ ਉਹ ਜਮ੍ਹਾਂ ਕਰਵਾ ਸਕਦੇ ਨੇ, ਕੀ ਹੁਣ ਉਹਨਾਂ ਨੂੰ ਆਪਣੀ ਫੀਸ ਜਮ੍ਹਾਂ ਕਰਵਾ ਦੇਣੀ ਚਾਹੀਦੀ ਹੈ? ਕਿਉਂਕਿ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਈ ਸਟੂਡੈਂਟਸ ਰੈਫਰ ਕੀਤੇ ਜਾ ਰਹੇ ਨੇ ਨੈਕਸਟ ਇਨਟੇਕ ਦੇ ਲਈ, ਤੇ ਕੀ ਇਸ ਵੇਲੇ ਉਹਨਾਂ ਨੂੰ ਜਿਹੜੇ ਮਈ ਜਾਂ ਫਿਰ ਸੈਪਟੈਂਬਰ ਦੇ ਲਈ ਜਿਨ੍ਹਾਂ ਨੂੰ ਇਨਵੀਟੇਸ਼ਨਸ ਆ ਚੁੱਕੀਆਂ ਉਹ ਆਪਣੀ ਫੀਸ ਡਿਪੋਜ਼ਿਟ ਕਰਵਾ ਦੇਣ? 100% ਉਹਨਾਂ ਨੂੰ ਐਡਮਿਸ਼ਨਸ ਕਰਵਾਉਣੀਆਂ ਚਾਹੀਦੀਆਂ, ਫੀਸ ਜਮ੍ਹਾਂ ਕਰਾਉਣੀ ਚਾਹੀਦੀ ਹੈਗੀ ਹੈ ਐਂਡ ਜੇ ਉਹਨਾਂ ਨੂੰ ਡੈਫਰ ਹੋਏਗਾ ਤੇ ਕਾਲਜ ਆਪਣੇ ਆਪ ਪਲਾਨ ਕਰਕੇ ਉਹਨਾਂ ਨੂੰ ਡੈਫਰ ਕਰਕੇ ਦੇਗਾ। ਸਰ, ਹੁਣ ਜਿਹੜੇ ਇਸ ਵਕਤ ਸਟੂਡੈਂਟਸ ਜਿਹੜੇ ਇੱਥੇ ਦੀ ਗੱਲ ਕਰੀਏ, ਜਿਹੜੇ ਇੱਥੇ ਪੜ੍ਹ ਰਹੇ ਸੀ ਯੂਨੀਵਰਸਿਟੀਜ਼ ਦੇ ਵਿੱਚ ਤੇ ਉਹਨਾਂ ਦੀ ਸਟੱਡੀ ਖਤਮ ਹੋ ਗਈ ਆ ਕਿ ਉਹਨਾਂ ਨੇ ਪੋਸਟ ਗ੍ਰੈਡ ਵਰਕ ਪਰਮਿਟ ਲਈ ਅਪਲਾਈ ਕਰਨਾ ਸੀ, ਪਹਿਲਾਂ ਵੀ ਦੇਖ ਰਹੇ ਸੀ ਕਿ ਬਾਰਡਰ ਤੇ ਜਾ ਕੇ ਜਿਹੜੇ ਆ ਕਾਫੀ ਰੁਝਾਨ ਵੱਧ ਗਿਆ ਸੀ ਵਰਕ ਪਰਮਿਟ ਅਪਲਾਈ ਕਰਨ ਦਾ। ਕੀ ਹੁਣ ਵੀ ਇਹ ਰੁਝਾਨ ਜਾਰੀ ਹੈ ਜਾਂ ਫਿਰ ਕਈ ਵਾਈਸ ਡਿਸੀਜਨ ਕੀ ਹੋਏਗਾ ਤੁਹਾਡੇ ਅਕੋਰਡਿੰਗ ਹੁਣ ਇਸ ਵਕਤ ਜੋ ਮਾਹੌਲ ਹੈ? ਕਰਨ ਜੀ, ਅੱਜ ਦੀ ਤਰੀਕ ਦੇ ਵਿੱਚ ਬਾਰਡਰ ਤੇ ਕੋਈ ਵੀ ਵੀਜ਼ਾ ਇਸ਼ੂ ਨਹੀਂ ਕੀਤਾ ਜਾ ਰਿਹਾ। ਸੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੇ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਹੈ, ਉਹਨਾਂ ਨੂੰ ਆਨਲਾਈਨ ਐਪਲੀਕੇਸ਼ਨ ਜਾਂ ਪੇਪਰ ਐਪਲੀਕੇਸ਼ਨਸ ਹੀ ਪੁੱਟ ਅਪ ਕਰਨੀਆਂ ਪੈਣਗੀਆਂ। ਹਾਂ, ਇੱਕ ਚੀਜ਼ ਜ਼ਰੂਰ ਹੈ, ਜੇ ਤੁਸੀਂ ਪ੍ਰੋਫੈਸ਼ਨਲੀ ਕਰ ਸਕਦੇ ਹੋ ਤਾਂ ਹੀ ਆਪਣੀ ਐਪਲੀਕੇਸ਼ਨ ਪੁੱਟ ਅਪ ਕਰੋ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ ਔਰ ਅ ਲਾਇਰ।
ਉਹਦਾ ਰੀਜ਼ਨ ਹੈਗਾ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਐਪਲੀਕੇਸ਼ਨਸ ਦਾ, ਪੋਸਟ ਗ੍ਰੈਡ ਵਰਕ ਪਰਮਿਟ ਦੀ ਐਪਲੀਕੇਸ਼ਨ ਦਾ, ਉਹ ਤਕਰੀਬਨ 4 ਮਹੀਨੇ ਦੇ ਆਸ-ਪਾਸ ਚਲਾ ਗਿਆ, 3.5 ਤੋਂ 4 ਮਹੀਨੇ। ਸੋ 3.5-4 ਮਹੀਨੇ ਬਾਅਦ ਜੇ ਤੁਹਾਨੂੰ ਪਤਾ ਚੱਲਦਾ ਕਿ ਕਿਸੇ ਵਜ੍ਹਾ ਨਾਲ ਤੁਹਾਡੀ ਐਪਲੀਕੇਸ਼ਨ ਵਾਪਸ ਆ ਗਈ ਤੇ ਯੂ ਮਾਈਟ ਬੀ ਆਊਟ ਆਫ ਸਟੇਟਸ ਐਟ ਦੈਟ ਪੁਆਇੰਟ ਆਫ ਟਾਈਮ। ਸੋ ਆਪਣਾ ਐਪਲੀਕੇਸ਼ਨ ਜੇ ਪ੍ਰੋਫੈਸ਼ਨਲੀ ਕਰ ਸਕਦੇ ਹੋ ਤਾਂ ਹੀ ਕਰੋ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ ਔਰ ਅ ਲਾਇਰ। ਬਾਰਡਰ ਤੇ ਜਾ ਕੇ ਐਡਵਾਂਟੇਜ ਕੀ ਹੁੰਦਾ ਸੀਗਾ ਕਿ ਫੀਸ ਕੱਟੀ ਹੈਗੀ ਹੈ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਲੈਕ ਕਰ ਗਏ, ਡਾਕੂਮੈਂਟ ਪ੍ਰੋਵਾਈਡ ਨਹੀਂ ਕਰ ਪਾਏ ਤੇ ਤੁਹਾਡੇ ਕੋਲ ਆਪਸ਼ਨ ਹੁੰਦੀ ਸੀ ਵਾਪਸ ਆ ਕੇ ਤੁਸੀਂ ਅਗਲੇ ਦਿਨ ਦੁਬਾਰਾ ਚਲੇ ਜਾਂਦੇ ਸੀਗੇ। ਹੁਣ ਉਹ ਆਪਸ਼ਨ ਤੁਹਾਡੇ ਕੋਲ ਐਗਜ਼ਿਸਟ ਨਹੀਂ ਕਰਦੀ। So it has to be done right, and the first time it has to be done right in the first time itself. ਸਰ ਇਸ ਤੋਂ ਪਹਿਲਾਂ ਮੈਂ ਨੈਕਸਟ ਕੁਐਸਚਨ ਪੁੱਛਾਂ ਤੇ ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਸਰ? ਮੈਂ ਇੱਥੋਂ ਆਪਣੇ ਬਰੰਟਨ ਤੋਂ ਬੋਲਦਾ। ਹਾਂਜੀ ਸਰ। ਇਹ ਸਾਡੇ ਨੇ ਆਇਓ ਆ ਉਹਨਾਂ 3 ਮਈ ਨੂੰ ਉਹਨਾਂ ਦੀ ਨਾ ਵਾਪਸੀ ਆ ਟਿਕਟ ਦੀ ਜੀ, ਤੇ ਉਹਨਾਂ ਦਾ ਵੀਜ਼ਾ ਹੈਗਾ 19 ਮਈ ਤੱਕ ਜੀ। ਅਸੀਂ ਸਾਨੂੰ ਕੀ ਪ੍ਰੋਸੀਜਰ ਕਰਨਾ ਚਾਹੀਦਾ? ਸਾਨੂੰ ਇਮੀਗ੍ਰੇਸ਼ਨ ਨੂੰ ਐਪਲੀਕੇਸ਼ਨ ਦੇਣੀ ਚਾਹੀਦੀ ਆ? ਵੀਜ਼ਾ ਉਹਨਾਂ ਦਾ 19 ਤਰੀਕ ਨੂੰ ਖਤਮ ਹੋ ਜਾਣਾ। ਜੀ ਬਿਲਕੁਲ ਸਰ। ਮਨੂ ਜੀ ਤੁਸੀਂ ਇਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਹੋ? ਇੱਕ ਵਾਰੀ ਦੁਬਾਰਾ ਰਿਪੀਟ ਕਰਨਾ ਪੈਣਾ ਤੁਹਾਨੂੰ ਕੁਝ? ਜੀ ਬਿਲਕੁਲ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਹਨਾਂ ਦਾ ਕਹਿਣਾ ਕਿ ਇਹਨਾਂ ਦੇ ਰਿਲੇਟਿਵਸ ਜਿਹੜੇ ਇੱਥੇ ਆਏ ਹੋਏ ਸੀ, 3 ਮਈ ਨੂੰ ਉਹਨਾਂ ਦੀ ਵਾਪਸੀ ਸੀ ਤੇ 19 ਮਈ ਤੱਕ ਉਹਨਾਂ ਦਾ ਵੀਜ਼ਾ ਵੈਲਿਡ ਹੈ। 19 ਮਈ ਤੋਂ ਬਾਅਦ ਵੀਜ਼ਾ ਖਤਮ ਹੋ ਰਿਹਾ। ਸੋ ਕੀ ਉਹਨਾਂ ਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਹਦੇ ਬਾਰੇ ਵਿੱਚ ਜਾਣਕਾਰੀ ਦੇਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ? ਵਿਜ਼ਿਟ ਵੀਜ਼ਾ ਤੇ ਆਏ ਹੋਏ ਸੀਗੇ ਉਹ ਸਰ ਤੁਹਾਡੇ ਰਿਲੇਟਿਵਸ? ਹਾਂਜੀ ਜੀ ਸਰ। 6 ਮਹੀਨੇ ਦੀ ਐਂਟਰੀ ਸੀ। 6 ਮਹੀਨੇ ਦੀ ਐਂਟਰੀ ਸੀ, ਵਿਜ਼ਿਟ ਵੀਜ਼ਾ ਤੇ ਆਏ ਸੀ। ਜੇ ਉਹਨਾਂ ਦਾ 6 ਮਹੀਨੇ ਕੰਪਲੀਟ ਜੀ। ਹੋ ਰਿਹਾ ਉਹਨਾਂ ਨੂੰ ਐਕਸਟੈਂਸ਼ਨ ਡੈਫੀਨੇਟਲੀ ਪਾਣੀ ਬਿਲਕੁਲ ਸਰ, ਆਪਾਂ ਟੀਵੀ ਪਏਗੀ। ਸਕਰੀਨ ਤੇ ਆਨਸਰ ਦੇ ਸਕਦੇ ਹਾਂ ਇਹਨਾਂ ਦਾ। ਜੀ ਹਾਂਜੀ। ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਜੀ ਸਰ। ਬਿਲਕੁਲ ਉਹਨਾਂ ਨੂੰ ਐਕਸਟੈਂਸ਼ਨ ਪਾਣੀ ਪਏਗੀ, ਬਿਕੋਜ਼ ਜੇ ਐਕਸਟੈਂਸ਼ਨ ਨਹੀਂ ਪਾਣਗੇ ਤੇ ਉਹਨਾਂ ਦਾ ਸਟੇ ਇਲੀਗਲ ਹੋ ਜਾਏਗਾ। ਅਗਲੀ ਵਾਰੀ ਉਹਨਾਂ ਨੂੰ ਆਉਣ ਦੇ ਵਿੱਚ ਦਿੱਕਤ ਆਏਗੀ। ਸੋ ਟੈਕਨੀਕਲੀ ਉਹਨਾਂ ਨੂੰ ਐਕਸਟੈਂਸ਼ਨ ਆਪਣੀ ਲਾਜ਼ਮੀ ਪਾਣੀ ਪਏਗੀ। ਸੋ ਉਹਦੇ ਵਾਸਤੇ ਵੀ ਜੇ ਹੈਲਪ ਚਾਹੀਦੀ ਹੈ ਤੁਸੀਂ ਹੇਠ ਨੰਬਰ ਲਿਖੇ ਨੰਬਰਾਂ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਜੇ ਤੁਸੀਂ ਪ੍ਰੋਫੈਸ਼ਨਲੀ ਆਪ ਕਰ ਸਕਦੇ ਹੋ ਤੇ ਡੂ ਇਟ ਯੋਰਸੈਲਫ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ। ਜੀ ਸਰ, ਕਈ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਇਸ ਵਕਤ ਸਟੇਟਸ ਜਿਹੜੇ ਆ ਉਹ ਐਕਸਪਾਇਰ ਹੋ ਰਹੇ ਨੇ ਜਾਂ ਹੋ ਚੁੱਕੇ ਨੇ, ਫਿਰ ਉਹ ਕੀ ਕਰਨ ਕਿ ਇਸ ਵਕਤ ਇਮੀਗ੍ਰੇਸ਼ਨ ਦੇ ਪ੍ਰੋਸੈਸ ਜਿਹੜੇ ਉਹ ਚੱਲ ਰਹੇ ਨੇ ਇਸ ਬਾਰੇ ਵਿੱਚ, ਚਾਹੇ ਉਹ ਕੋਈ ਵੀ ਉਹਨਾਂ ਦਾ ਸਟੇਟਸ ਹੋਵੇ? ਤਰਨ ਜੀ, ਇਮੀਗ੍ਰੇਸ਼ਨ ਐਜ਼ ਸੱਚ ਆਪਣਾ ਕੰਮ ਕਰ ਰਿਹਾ ਹੈਗਾ। ਸਾਰੀ ਐਪਲੀਕੇਸ਼ਨਸ ਉਸੇ ਰੂਟੀਨ ਦੇ ਰਾਹੀਂ ਪ੍ਰੋਸੈਸ ਹੋ ਰਹੀਆਂ ਹੈਗੀਆਂ, ਅਦਰ ਦੈਨ ਟੈਂਪਰੇਰੀ ਵਿਜ਼ਿਟ ਵੀਜ਼ਾ ਐਪਲੀਕੇਸ਼ਨ ਜਿਹੜੀਆਂ ਇੰਡੀਆ ਤੋਂ ਜਾਂ ਆਊਟਸਾਈਡ ਕੈਨੇਡਾ ਤੋਂ ਪ੍ਰੋਸੈਸ ਹੋਣੀਆਂ ਹੈਗੀਆਂ। ਸਿਰਫ ਟੈਂਪਰੇਰੀਲੀ ਉਹ ਔਨ ਹੋਲਡ ਹੈਗੀਆਂ। ਅਦਰ ਦੈਨ ਦੈਟ ਐਕਸਪ੍ਰੈਸ ਐਂਟਰੀ, PNPs, LMIAs, ਐਕਸਟੈਂਸ਼ਨਸ ਉਸੇ ਤਰ੍ਹਾਂ ਕੰਮ ਕਰ ਰਹੀਆਂ ਹੈਗੀਆਂ। ਸੋ ਜਿਨ੍ਹਾਂ ਦਾ ਵੀ ਸਟੇਟਸ ਖਤਮ ਹੋਣ ਜਾ ਰਿਹਾ ਹੈ, ਤੁਸੀਂ ਕੈਨੇਡਾ ਆਏ ਸੀਗੇ ਘੁੰਮਣ ਵਾਸਤੇ, ਸਮਹਾਓ 6 ਮੰਥਸ ਪੂਰੇ ਹੋਣ ਵਾਲੇ ਆ ਤੇ ਯੂ ਸ਼ੁਡ ਪਲਾਨ ਇਟ ਆਊਟ ਐਂਡ ਇਸ ਤਰ੍ਹਾਂ ਲਾਸਟ ਮਿੰਟ ਤੱਕ ਵੇਟ ਨਾ ਕਰੋ। ਸਰ, ਸਕਿੱਲ ਟ੍ਰੇਡ ਦੀ ਗੱਲ ਕਰੀਏ ਜਿਹਦਾ ਕਿ ਮਈ ਦੇ ਵਿੱਚ ਐਕਸਪੈਕਟਡ ਹੈ ਕਿ ਡਰਾ ਸ਼ਾਇਦ ਆ ਸਕਦਾ ਹੈ, ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਹੋਵੇ? ਤੇ ਇਹ ਵੀ ਪੁੱਛਣ ਚਾਹ ਰਿਹਾ ਕਿ ਇਹਦੇ ਵਿੱਚ ਮੋਸਟਲੀ ਕੈਨੇਡੀਅਨ ਐਕਸਪੀਰੀਅੰਸ ਵਾਲੇ ਹੀ ਕੀ ਆ ਸਕਦੇ ਨੇ? ਤਰਨ ਜੀ, ਜਿਹੜੀ ਸਕਿੱਲ ਟ੍ਰੇਡ ਦੀ ਐਪਲੀਕੇਸ਼ਨ ਹੈਗੀ, ਜਿੰਨੇ ਵੀ ਸਾਡੇ ਦੋਸਤ ਕੁੱਕ ਹੈਗੇ ਨੇ, ਸ਼ੈਫ ਹੈਗੇ ਨੇ, ਬੇਕਰਸ ਹੈਗੇ ਨੇ, ਇਲੈਕਟ੍ਰੀਸ਼ੀਅਨਸ ਹੈਗੇ ਨੇ, ਪਲੰਬਰਸ ਹੈਗੇ ਨੇ, ਵੈਲਡਰਸ ਹੈਗੇ ਨੇ, ਕਾਰਪੈਂਟਰਸ ਹੈਗੇ ਨੇ, ਉਹ ਸਾਰੀਆਂ ਐਪਲੀਕੇਸ਼ਨ ਸਕਿੱਲ ਟ੍ਰੇਡ ਦੇ ਵਿੱਚ ਕੰਸੀਡਰ ਹੁੰਦੀਆਂ ਹੈਗੀਆਂ। ਇਸੇ ਤਰ੍ਹਾਂ ਟੈਕਨੀਸ਼ੀਅਨਸ ਜਿਹੜੇ ਹੈਗੇ ਨੇ ਉਹ ਵੀ ਐਪਲੀਕੇਸ਼ਨ ਸਾਰੀਆਂ ਸਕਿੱਲ ਟ੍ਰੇਡ ਦੇ ਅੰਦਰ ਕੰਸੀਡਰ ਹੁੰਦੀਆਂ ਹੈਗੀਆਂ। ਬਟ ਸਕਿੱਲ ਟ੍ਰੇਡ ਦੇ ਵਿੱਚ ਐਪਲੀਕੇਸ਼ਨ ਲਗਾਉਣ ਵਾਸਤੇ ਤੁਹਾਡੇ ਕੋਲ 2 ਚੀਜ਼ਾਂ ਹੋਣੀਆਂ ਚਾਹੀਦੀਆਂ, 2 ਚੋਂ 1 ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਹੈਗਾ ਆ 2 ਸਾਲ ਦਾ ਮਿਨੀਮਮ ਹੋਣਾ ਚਾਹੀਦਾ। 2 years ਐਕਸਪੀਰੀਅੰਸ ਇਜ਼ ਅ ਮਿਨੀਮਮ ਰਿਕੁਆਇਰਮੈਂਟ ਟੂ ਗੈਟ ਇਨਟੂ ਸਕਿੱਲ ਟ੍ਰੇਡ। ਸੈਕੰਡ ਰਿਕੁਆਇਰਮੈਂਟ ਹੈਗੀ ਜਾਂ ਤੇ ਤੁਹਾਡੇ ਕੋਲ LMIA ਹੋਵੇ ਉਸ ਟ੍ਰੇਡ ਦਾ, ਤੇ ਜਾਂ ਫਿਰ ਤੁਹਾਡੇ ਕੋਲ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਹੋਵੇ ਕਿਸੇ ਪ੍ਰੋਵਿੰਸ ਤੋਂ। ਸੋ ਜੇ ਆਹ 2 ਚੀਜ਼ਾਂ ਤੁਸੀਂ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਤੇ ਤੁਹਾਡੀ ਐਪਲੀਕੇਸ਼ਨ ਲੱਗ ਸਕਦੀ ਹੈ। ਐਂਡ ਲਾਸਟ ਜਿਹੜਾ ਡਰਾ ਗਿਆ ਸੀਗਾ ਸਕਿੱਲ ਟ੍ਰੇਡ ਦਾ, ਉਹ 357 ਦੇ ਪੁਆਇੰਟਸ ਦੇ ਉੱਤੇ ਕੱਟ ਆਫ ਤੇ ਗਿਆ ਸੀਗਾ। ਨਾਰਮਲੀ ਅਸੀਂ ਦੇਖਦੇ ਹਾਂ ਕਿ ਸਾਲ ਦੇ ਵਿੱਚ 2 ਜਾਂ 3 ਡਰਾ ਸਕਿੱਲ ਟ੍ਰੇਡ ਦੇ ਹੁੰਦੇ ਹੈਗੇ ਨੇ। ਸੋ ਲਾਸਟ ਜਿਹੜੀ ਐਪਲੀਕੇਸ਼ਨ ਗਈਆਂ ਸੀ 357 ਤੇ ਗਈ ਸੀਗੀ। ਹੁਣ ਅੱਜ ਦੀ ਸ਼ੁਰੂ 199 ਤੋਂ ਇਹ ਡਰਾ ਹੋਏ ਸੀਗੇ। ਅੱਜ ਦੀ ਤਰੀਕ ਦੇ ਵਿੱਚ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਜਿੰਨੇ ਵੀ ਦੋਸਤ ਹੌਸਪਿਟੈਲਿਟੀ ਇੰਡਸਟਰੀ ਤੋਂ ਤਾਲੁਕ ਰੱਖਦੇ ਨੇ, ਕੁੱਕ ਹੈਗੇ ਨੇ, ਸ਼ੈਫ ਹੈਗੇ ਨੇ, ਬੇਕਰਸ ਹੈਗੇ ਨੇ,
ਈਵਨ ਫॉर दैट मैटर ਰੈਸਟੋਰੈਂਟ ਮੈਨੇਜਰਸ ਹੈਗੇ ਨੇ, ਸੁਪਰਵਾਈਜ਼ਰਸ ਹੈਗੇ ਨੇ, ਉਹਨਾਂ ਵਾਸਤੇ ਸਾਡੇ ਕੋਲ ICC ਇਮੀਗ੍ਰੇਸ਼ਨ ਕੁਛ ਆਪਸ਼ਨਸ ਹੈਗੀਆਂ ਸਾਡੇ ਕੋਲ। ਬਟ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈਗੀ ਹੈ, ਬਿਕੋਜ਼ ਗ੍ਰੈਜੂਏਸ਼ਨ ਨਹੀਂ ਹੋਏਗੀ ਤੇ ਈਵਨ LMIA ਦੇ ਨਾਲ ਤੁਸੀਂ ਉਹਨੇ ਪੁਆਇੰਟਸ ਸਿਕਿਉਰ ਨਹੀਂ ਕਰ ਪਾਓਗੇ ਕਿ ਤੁਸੀਂ PNP ਵਾਸਤੇ ਕੁਆਲੀਫਾਈ ਕਰ ਜਾਓ। ਇਹ ਜਿਹੜੀਆਂ ਆਪਸ਼ਨਸ ਮੈਂ ਡਿਸਕਸ ਕਰ ਰਿਹਾ, ਇਹ PNP ਦੀਆਂ ਆਪਸ਼ਨਸ ਹੈਗੀਆਂ। ਐਂਡ PNP ਦੇ ਵਿੱਚ ਖਾਸ ਕਰ ਸਾਡੇ ਬਹੁਤ ਸਾਰੇ ਬੱਚੇ ਆਸਟ੍ਰੇਲੀਆ ਨਿਊਜ਼ੀਲੈਂਡ ਗਏ ਸੀਗੇ ਪੜ੍ਹਾਈ ਕਰਨ ਵਾਸਤੇ, ਹਸਪਿਟੈਲਿਟੀ ਦੇ ਕੋਰਸਿਸ ਕਰਨ ਵਾਸਤੇ। ਬਹੁਤ ਸਾਰੇ ਬੱਚੇ ਉੱਥੇ ਐਸਟੈਬਲਿਸ਼ ਹੋ ਗਏ, ਬਹੁਤ ਸਾਰੇ ਬੱਚੇ ਉੱਥੇ ਐਸਟੈਬਲਿਸ਼ ਵੀ ਨਹੀਂ ਹੋ ਪਾਏ। ਸੋ ਜਿਹੜੇ ਬੱਚੇ ਵਾਪਸ ਆਏ ਨੇ, ਜੇ ਉਹ ਆਹ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ, ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ, 6 ਬੈਂਡ ਆਈਲੈਟ ਦੇ ਵਿੱਚ ਐਂਡ ਗ੍ਰੈਜੂਏਸ਼ਨ ਹੋਵੇ, ਤੇ ਇਹ ਆਪਸ਼ਨਸ ਉਹਨਾਂ ਵਾਸਤੇ ਵਰਕ ਕਰ ਸਕਦੀਆਂ ਹੈਗੀਆਂ। ਆਪਣੇ CV ਸਾਨੂੰ ਫਾਰਵਰਡ ਕਰ ਦਿਓ at info@iccimmigration.ca। ਐਂਡ ਜੇ ਟ੍ਰੇਡ ਦੇ ਵਿੱਚ ਜਾਣਾ ਆ, ਟ੍ਰੇਡ ਦੇ ਵਿੱਚ ਮਿਨੀਮਮ 357 ਦਾ ਲਾਸਟ ਡਰਾ ਗਿਆ ਸੀ। ਸੋ ਮੈਂ ਕਹੂੰਗਾ ਕਿ 400 ਦੇ ਆਸ-ਪਾਸ ਤੁਹਾਡੇ ਪੁਆਇੰਟਸ ਹੋਣੇ ਚਾਹੀਦੇ ਨੇ, ਤਾਂ ਹੀ ਟ੍ਰੇਡ ਦੇ ਵਿੱਚ ਆਪਣੀ ਐਪਲੀਕੇਸ਼ਨ ਪੁੱਟ ਅਪ ਕਰਿਆ ਜੇ। ਐਂਡ ਜੇ ਘੱਟ ਵੀ ਬੈਂਡ ਸਕੋਰ ਹੈਗੇ ਨੇ ਤੇ ਤੁਸੀਂ ਚਾਂਸ ਲੈ ਸਕਦੇ ਹੋ ਕਿ ਪੁੱਟ ਅਪ ਕਰਨ ਦਾ। ਬਟ ਮੈਂ ਹਮੇਸ਼ਾ ਕਹਿੰਦਾ ਕਿ ਐਟ ICC ਇਮੀਗ੍ਰੇਸ਼ਨ ਅਸੀਂ ਕੰਜ਼ਰਵੇਟਿਵਲੀ ਚੱਲਦੇ ਹਾਂ, ਹੋਰ ਸਿਕਿਉਰ ਹੋ ਕੇ ਚੱਲਦੇ ਹਾਂ। ਦੈਟ ਇਜ਼ ਦ ਰੀਜ਼ਨ ਤੁਹਾਨੂੰ ਐਕਸਟਰਾ ਪੁਆਇੰਟਸ ਦਾ ਸਜੈਸ਼ਨ ਦਿੰਦੇ ਹਾਂ। ਜੀ ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸੋ? ਜੀ ਅਸੀਂ ਆਪਣਾ ਸਕੈਚ 1 ਤੋਂ ਹੀ। ਹਾਂਜੀ ਸਰ, ਪੁੱਛੋ ਸਰ, ਕੀ ਸਵਾਲ ਪੁੱਛਣਾ ਤੁਸੀਂ? ਇਹ ਪੁੱਛਣਾ ਆਪਣਾ ਸਾਡਾ ਐਕਸਪੀਰੀਅੰਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਬਣਦਾ। ਮੇਰੀ ਵਾਈਫ ਯਾਨੀ ਕਿ ਮੇਨ ਐਪਲੀਕੈਂਟ ਆ, 423 ਸਕੋਰ ਬਣ ਜਾਈ ਉਹਨਾਂ ਦੇ 423 ਜੀ। ਤੇ ਉਹਨਾਂ ਦੇ ਕੋਲ ਆ ਸਕਦਾ ਆਪਣਾ ਡਰਾ ਥੱਲੇ ਹੋਰ ਕਿ ਨਹੀਂ ਜੀ? ਜੀ ਮਨੂ ਜੀ, ਤੁਹਾਨੂੰ ਸਵਾਲ ਸੁਣ ਗਿਆ ਜਾਂ ਮੈਂ ਤੁਹਾਨੂੰ ਰਿਪੀਟ ਕਰਾਂ ਦੁਬਾਰਾ? ਨੋ, ਬਿਲਕੁਲ ਮੈਂ ਸੁਣ ਲਿਆ ਜੀ। ਇਹ ਕਹਿ ਰਹੇ ਨੇ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 423 ਪੁਆਇੰਟਸ ਬਣ ਰਹੇ ਨੇ, ਤੇ ਇਹਨਾਂ ਵਾਸਤੇ ਕੀ ਸੁਜੈਸ਼ਨ ਹੋਣਾ ਚਾਹੀਦਾ ਹੈ, ਰਾਈਟ? ਜੀ ਜੀ ਸਰ, ਸਵਾਲ ਦੂਸਰਾ ਵੀ ਪੁੱਛ ਲਵੋ, ਅਸੀਂ ਫਿਰ TV ਸਕਰੀਨ ਤੇ ਤੁਹਾਨੂੰ ਸਿੱਧਾ ਰਿਪਲਾਈ ਕਰ ਰਹੇ ਹਾਂ ਜੀ। ਹਾਂਜੀ, ਮੇਰਾ ਦੂਜਾ ਕੁਐਸਚਨ ਇਹ, ਜੇ ਮੈਂ ਵਾਈਫ ਤੋਂ ਬਿਨਾ ਮੇਰਾ ਨਾਂ ਕੱਢ ਕੇ ਦੂਜਾ ਆਪਣਾ ਐਕਸਪ੍ਰੈਸ ਐਂਟਰੀ ਦੇ ਵਾਈਫ ਦੇ ਸਕੋਰ 449 ਬਣਦੇ ਹੈ ਐਕਸਪੀਰੀਅੰਸ ਕਲਾਸ ਵਿੱਚ, ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ, ਤੁਹਾਡੇ ਤੋਂ ਬਿਨਾ ਅਸੀਂ 449 ਜੀ। ਜੇ ਇਹਨਾਂ ਦੇ ਸਪਾਊਸ ਕੈਨੇਡਾ ਦੇ ਵਿੱਚ, ਮੈਨੂੰ ਵਿਦ ਵਾਈਫ ਕਰਨਾ ਚਾਹੀਦਾ ਕਿ ਵਿਦਆਊਟ ਵਾਈਫ, ਯਾਨੀ ਕਿ ਦੂਜਾ ਅਪਲਾਈ ਕਰਨਾ ਚਾਹੀਦਾ? ਜੀ ਸਰ, ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਅਪਲਾਈ ਕਰਦੇ ਆ ਉਹਨਾਂ ਦੇ 449 ਬਣਦੀ ਜੀ। ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ ਹੋਰ? ਕਰਨ ਇਹਨਾਂ ਨੂੰ ਕਹੋ ਕਿ ਆਨਲਾਈਨ ਸਾਡਾ ਜੀ ਬਿਲਕੁਲ ਸਰ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਜੀ। ਕਰਨ ਇਹਨਾਂ ਦੇ ਪੁਆਇੰਟ 450 ਬਣਦੇ ਨੇ, 450 ਦੇ ਵਿੱਚ ਰਿਸਕ ਲੈ ਰਹੇ ਨੇ। ਇਟ ਮਾਈਟ ਗੈਟ ਪਿਕਡ ਅਪ, ਇਟ ਮੇ ਨਾਟ ਗੈਟ ਪਿਕਡ ਅਪ, ਬਿਕੋਜ਼ 420 ਤੋਂ ਉੱਪਰ ਤਕਰੀਬਨ 45,000 ਐਪਲੀਕੈਂਟਸ ਬੈਠਾ ਹੋਇਆ ਜੀ ਹਲੇ ਤੱਕ। ਐਂਡ ਜਿਹੜਾ ਲਾਸਟ ਡਰਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਗਿਆ 455 ਤੇ ਗਿਆ। ਸੋ 425 ਤੇ ਹੋਪ ਕਰਨਾ ਕਿ ਪਿਕ ਹੋ ਜਾਏਗਾ, ਇਟ ਇਜ਼ ਲਾਈਕ ਟੇਕਿੰਗ ਐਕਸਟਰਾ ਚਾਂਸ। ਐਂਡ ਜੇ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਸਪਾਊਸ ਤੋਂ ਬਿਨਾਂ ਐਪਲੀਕੇਸ਼ਨ ਲੱਗ, ਜੇ ਇਹਨਾਂ ਦੀ ਸਪਾਊਸ ਕੈਨੇਡਾ ਦੇ ਵਿੱਚ ਮੌਜੂਦ ਹੈਗੀ ਹੈ ਡਿਪੈਂਡੈਂਟ ਵਰਕ ਪਰਮਿਟ ਤੇ ਇਹਨਾਂ ਦੀ ਐਪਲੀਕੇਸ਼ਨ ਬਿਲਕੁਲ ਉਸ ਤਰ੍ਹਾਂ ਕੰਸੀਡਰ ਨਹੀਂ ਹੋ ਸਕਦੀ। ਦੇਰ ਆਰ ਵੇਜ਼ ਯੂ ਕੈਨ ਗੋ ਅਬਾਊਟ ਵਿਦ ਦਿਸ। ਉਹਦੇ ਵਾਸਤੇ ਤੁਸੀਂ ਇੱਕ ਵਾਰੀ ਸਾਨੂੰ ਇੰਡੀਵਿਜੂਅਲੀ ਕਾਲ ਕਰਕੇ ਆਪਣਾ ਕੇਸ ਡਿਸਕਸ ਕਰ ਸਕਦੇ ਹੋ, ਐਂਡ ਵੀ ਕੈਨ ਸੁਜੈਸਟ ਯੂ ਯੋਰ ਆਪਸ਼ਨਸ। ਸਰ, ਇਹ ਵੀ ਗੱਲ ਕੀਤੀ ਜਾ ਰਹੀ ਸੀ ਕਿ ਜਿਵੇਂ ਐਕਸਪ੍ਰੈਸ ਐਂਟਰੀ ਦੀ ਅਸੀਂ ਗੱਲ ਕਰੀਏ, ਜਿਹੜੇ ਪੁਆਇੰਟਸ ਨੇ ਉਹ 455 ਤੱਕ ਆ ਚੁੱਕੇ ਨੇ, ਤੇ ਇਸ ਤੋਂ ਵੀ ਹੁਣ ਕੀ ਘਟਣ ਦੀ ਉਮੀਦ ਹੈਗੀ? ਕਿਉਂਕਿ ਐਕਸਪੀਰੀਅੰਸ ਜਿਹੜੀ ਆ ਕੈਨੇਡੀਅਨ ਐਕਸਪੀਰੀਅੰਸ ਵਾਲਿਆਂ ਨੂੰ ਬੈਨੀਫਿਟ ਇਸ ਦਾ ਕਾਫੀ ਹੋ ਰਿਹਾ। ਸੋ ਤੁਹਾਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਵਿੱਚ ਇਸ ਦੇ ਪੁਆਇੰਟਸ ਹੋਰ ਨੀਚੇ ਜਾ ਸਕਦੇ ਨੇ? ਕਰਨ ਜੀ, ਬਿਲਕੁਲ ਚਾਂਸ ਜਾਂ ਥੱਲੇ ਜਾਣ ਦੇ ਚਾਂਸਸ ਹੈਗੇ ਨੇ, ਬਟ 425 ਟੱਚ ਕਰਨਾ ਥੋੜਾ ਜਿਹਾ ਹਲੇ ਦੂਰ ਲੱਗ ਰਿਹਾ ਹੈਗਾ। ਨਾਲ ਦੀ ਨਾਲ ਜਿਹੜੇ ਵੀ ਬੱਚੇ ਕੋਲ, ਜਿਹੜੇ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਿਨ੍ਹਾਂ ਦੀ ਐਪਲੀਕੇਸ਼ਨ ਲੱਗੀ ਹੈ, ਪੁਆਇੰਟਸ 425 ਦੇ ਆਸ-ਪਾਸ ਹੈਗੇ ਨੇ ਜਾਂ 430 ਦੇ ਆਸ-ਪਾਸ ਹੈਗੇ ਨੇ, ਅਸੀਂ ਉਹਨਾਂ ਨੂੰ ਕਹਾਂਗੇ ਕਿ ਆਪਣੇ EMPLOYERS ਨੂੰ ਕਹੋ ਕਿ ਤੁਹਾਨੂੰ LMIA ਵਾਸਤੇ ਹੈਲਪ ਕਰਨ, ਬਿਕੋਜ਼ LMIA ਜੇ EMPLOYER ਹੈਲਪ ਕਰਦਾ ਤੇ ਰਾਈਟ ਅਵੇ ਤੁਹਾਨੂੰ 50 ਪੁਆਇੰਟਸ ਦਾ ਬੈਨੀਫਿਟ ਹੋ ਕੇ ਤੁਸੀਂ ਤੁਹਾਡੀ ਐਪਲੀਕੇਸ਼ਨ CEC ਦੇ ਵਿੱਚ ਆਰਾਮ ਨਾਲ ਪਿਕ ਹੋ ਸਕਦੀ ਹੈ। ਸੋ ਵਰਕ ਟੁਵਰਡਸ ਦੈਟ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਆਪਣੇ ਜਿਹੜੇ ਵੀ EMPLOYER ਨਾਲ ਤੁਸੀਂ ਕੰਮ ਕਰ ਰਹੇ ਹੋ, ਪੂਰੀ ਸਿੰਸੀਅਰਿਟੀ, ਓਨੈਸਟੀ ਨਾਲ ਕੰਮ ਕਰੋ, ਤਾਂ ਕਿ ਤੁਹਾਡੇ EMPLOYER ਵੀ ਤੁਹਾਨੂੰ ਉਸ ਐਂਡੇਵਰ ਦੇ ਵਿੱਚ ਤੁਹਾਡੇ ਸਪੋਰਟ ਕਰਨ। ਸੋ ਆਪਣੇ LMIA ਵਾਸਤੇ ਐਪਲੀਕੇਸ਼ਨਸ ਹਲੇ ਵੀ ਪ੍ਰੋਸੈਸ ਹੋ ਰਹੀਆਂ, ਉਸੇ ਰਫਤਾਰ ਨਾਲ ਪ੍ਰੋਸੈਸ ਹੋ ਰਹੀਆਂ। ਸੋ ਇਨਫੋਰਮੇਸ਼ਨ ਜੇ LMIA ਦੀ ਲੈਣਾ ਚਾਹੁੰਦੇ ਹੋ ਤੇ ICC ਇਮੀਗ੍ਰੇਸ਼ਨ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ ਆਈ ਥਿੰਕ ਪਿਛਲੇ ਹਫਤੇ ਦੇ ਵਿੱਚ ਅਸੀਂ ਘੱਟੋ ਘੱਟ 8 ਜਾਂ 9 ਇਹੋ ਜਿਹੇ ਐਪਲੀਕੈਂਟਸ ਨੂੰ ਮਿਲੇ ਆ ਜਿੱਥੇ ਕੰਮ ਸਲੋ ਹੋਣ ਦੀ ਜਗ੍ਹਾ ਉਹਨਾਂ ਦਾ ਕੰਮ ਹੋਰ ਵੀ ਤੇਜ਼ ਹੋਇਆ। ਸੋ ਉਹਨਾਂ ਦੇ ਐਪਲੀਕੇਸ਼ਨ ਜਿੱਥੇ ਉਹ 40 ਘੰਟੇ ਕੰਮ ਕਰਦੇ ਸੀ, ਅੱਜ ਦੀ ਤਰੀਕ ਦੇ 60 ਤੋਂ 65 ਘੰਟੇ ਹਫਤੇ ਦੇ ਕੰਮ ਕਰ ਰਹੇ ਨੇ। ਸੋ ਜਿੱਥੇ ਇਹੋ ਜਿਹੇ ਕੰਮ, ਤੁਹਾਡਾ ਕੰਮ ਫਾਸਟ ਹੋਇਆ ਤੇ LMIA ਦੀ ਐਪਲੀਕੇਸ਼ਨ ਤੇ ਰਾਈਟ ਅਵੇ ਪ੍ਰੋਸੈਸ ਹੋ ਸਕਦੀ ਹੈਗੀ ਹੈ।
ਤੇ ਉਹ ਇਨਫੋਰਮੇਸ਼ਨ ਲੈਣ ਵਾਸਤੇ ਆਪਣੀ EMPLOYER ਦੀ ਡਿਟੇਲਸ ਕੀ ਤੁਹਾਨੂੰ ਚਾਹੀਦੀਆਂ ਹੋਣਗੀਆਂ, ਉਹਦੇ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹੇਠ ਲਿਖੇ ਨੰਬਰਾਂ ਤੇ 9054612424 ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ info@iccimmigration.ca। ਐਂਡ ਜਦੋਂ ਵੀ ਈਮੇਲ ਕਰੋ ਸਬਜੈਕਟ ਲਾਈਨ ਦੇ ਵਿੱਚ CC ਜ਼ਰੂਰ ਮੈਂਸ਼ਨ ਕਰੋ ਤਾਂ ਕਿ ਰਾਈਟ ਅਵੇ ਤੁਹਾਡੀ ਐਪਲੀਕੇਸ਼ਨ ਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਜੀ ਸਕੀਏ। ਬਿਲਕੁਲ ਸਰ, ਸਾਡੇ ਇੱਕ ਦਰਸ਼ਕ ਨੇ, ਉਹਨਾਂ ਨੇ ਸਾਨੂੰ ਫੇਸਬੁੱਕ ਤੇ ਇੱਕ ਸਵਾਲ ਪੁੱਛਿਆ, ਮੈਂ ਚਾਹਾਂਗੀ ਕਿ ਉਸ ਦਾ ਜੇ ਤੁਸੀਂ ਜਵਾਬ ਦੇ ਸਕੋ। ਉਹਨਾਂ ਨੇ ਕੱਲ ਵੀ ਸਾਨੂੰ ਸਵਾਲ ਪੁੱਛਿਆ ਸੀ ਕਿ ਉਹਨਾਂ ਨੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ, ਪਰ 100 ਦਿਨ ਬੀਤ ਚੁੱਕੇ ਨੇ, ਅਜੇ ਤੱਕ ਉਹਨਾਂ ਦਾ ਕੋਈ ਵੀ ਜਵਾਬ ਨਹੀਂ ਆਇਆ ਹੈਗਾ, ਤੇ ਬਾਈ ਪੋਸਟ ਉਹ ਐਕਸਪੈਕਟ ਕਰ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਆ ਆਏਗਾ ਜਵਾਬ। ਉਹ ਉਹਨਾਂ ਨੇ Application- ਜੀ ਕੈਨੇਡਾ ਦੇ ਵਿੱਚ ਹੀ ਨੇ ਉਹ ਜੀ। ਬਿਲਕੁਲ ਐਪਲੀਕੇਸ਼ਨ ਪ੍ਰੋਸੈਸ ਹੋ ਰਹੀਆਂ, ਸਾਨੂੰ ਰੋਜ਼ 2-3 ਐਪਲੀਕੇਸ਼ਨ ਸਾਡੀਆਂ ਪ੍ਰੋਸੈਸ ਹੋ ਕੇ ਆ ਰਹੀਆਂ, ਸਾਡੇ ਕੋਲ ਵਰਕ ਪਰਮਿਟ ਉਸੇ ਤਰ੍ਹਾਂ ਆ ਰਹੇ ਨੇ। ਸੋ ਹਾਲੇ 100 ਦਿਨ ਹੋਏ ਨੇ, ਹਾਲੇ ਸਟਿਲ देयर इज ਸਮ ਮੋਰ ਟਾਈਮ ਟੂ ਗੋ ਇਨਟੂ ਦੈਟ ਐਪਲੀਕੇਸ਼ਨ ਤੇ ਹੋਪਫੁਲੀ ਸ਼ੀ ਵੁੱਡ ਗੈਟ ਐਨ ਆਨਸਰ ਸੂਨ। ਇਸੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਜਿੱਥੇ 100 120 ਦਿਨ 140 ਦਿਨ ਲੱਗ ਰਹੇ ਹੋਣ, ਤੁਹਾਡੀ ਐਪਲੀਕੇਸ਼ਨ ਹੈਜ਼ ਟੂ ਬੀ ਡਨ ਰਾਈਟ, ਬਿਕੋਜ਼ ਜੇ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕੋਈ ਕਮੀ ਰਹਿ ਗਈ ਐਂਡ ਐਪਲੀਕੇਸ਼ਨ ਤੁਹਾਡੀ ਵਾਪਸ ਆ ਗਈ ਕਿਸੇ ਵਜ੍ਹਾ ਨਾਲ, ਤੇ ਯੂ ਵੈਰੀ ਵੈਲ ਇਮੈਜਿਨ ਕਿ ਤੁਸੀਂ ਕਿਸ ਪੋਜੀਸ਼ਨ ਦੇ ਵਿੱਚ ਆ ਜਾਓਗੇ। ਤੁਸੀਂ ਸਟੇਟਸ ਰੂਟ ਕਰਨ ਦੀ ਪੋਜੀਸ਼ਨ ਦੇ ਵਿੱਚ ਆ ਜਾਓਗੇ ਜਾਂ ਰੈਸਟੋਰੇਸ਼ਨ ਪੋਜੀਸ਼ਨ ਦੇ ਵਿੱਚ ਆ ਜਾਓਗੇ। ਸੋ ਡੂ ਇਟ ਦ ਰਾਈਟ ਦ ਫਰਸਟ ਟਾਈਮ। ਇਸੇ ਵਾਸਤੇ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਜੀ। ਸਰ ਸਟੂਡੈਂਟਸ ਦੀ ਜਿਹੜੀ ਗੱਲ ਕਰੀਏ, ਇਸ ਵਕਤ ਜਿਵੇਂ ਸਰਕਾਰ ਨੇ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਸਟੂਡੈਂਟਸ ਲੱਗੇ ਹੋਏ ਨੇ, ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਨੂੰ ਜ਼ਿਆਦਾ ਸਮਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਕਿ ਉਹ ਜ਼ਿਆਦਾ ਸਮਾਂ ਮਤਲਬ 20 ਆਵਰਸ ਤੋਂ ਜ਼ਿਆਦਾ ਕੰਮ ਕਰ ਸਕਦੇ ਨੇ। ਕਿ ਜਿਹੜਾ ਇਹ ਜ਼ਿਆਦਾ ਸਮਾਂ ਕੰਮ ਕਰਨਗੇ, ਕੱਲ੍ਹ ਨੂੰ ਆਉਣ ਵਾਲੇ ਟਾਈਮ ਵਿੱਚ ਉਹਨਾਂ ਲਈ ਇਹ ਬੈਨੀਫੀਸ਼ੀਅਲ ਹੋਏਗਾ, ਇਹ ਸਮਾਂ ਉਹਨਾਂ ਦੇ ਪ੍ਰੋਸੈਸ ਦੇ ਵਿੱਚ, ਚਾਹੇ ਉਹ PR ਦਾ ਪ੍ਰੋਸੈਸ ਹੋਵੇ, ਕੋਈ ਵੀ ਹੋਵੇ? ਤਰਨ ਜੀ, ਆਫ ਕੈਂਪਸ ਐਪਲੀਕੇਸ਼ਨਸ ਹੈਗੀਆਂ। ਆਫ ਕੈਂਪਸ ਦੇ ਵਿੱਚ ਸਟੂਡੈਂਟਸ ਨੂੰ ਨਾਰਮਲੀ ਇੰਟਾਈਟਲਮੈਂਟ ਹੁੰਦੀ ਹੈ 20 ਘੰਟੇ ਕੰਮ ਕਰਨ ਦੀ। ਸੋ ਜਿਹੜੇ ਬੱਚੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕੰਮ ਕਰ ਰਹੇ ਨੇ, ਉਹ ਇਸ ਟਾਈਮ ਅਗਸਤ ਤੱਕ ਉਹਨਾਂ ਨੂੰ ਐਗਜ਼ੈਂਪਸ਼ਨ ਮਿਲ ਗਈ ਕਿ ਉਹ 40 ਘੰਟੇ 60 ਘੰਟੇ ਜੋ ਵੀ ਉਹਨਾਂ ਨੂੰ ਟਾਈਮ ਮਿਲਦਾ ਹੈਗਾ, ਦੇ ਆਰ ਇੰਟਾਈਟਲਡ ਟੂ ਵਰਕ। ਇਹ ਜਿਹੜਾ ਟਾਈਮ ਪੀਰੀਅਡ ਹੁੰਦਾ ਆ ਆਫ ਕੈਂਪਸ ਵਰਕ ਪਰਮਿਟ ਦਾ ਟਾਈਮ ਪੀਰੀਅਡ ਕਿਤੇ ਵੀ ਤੁਹਾਡੀ PR ਦੀ ਐਪਲੀਕੇਸ਼ਨ ਵਾਸਤੇ ਕੰਸੀਡਰ ਨਹੀਂ ਹੁੰਦਾ। ਸੋ ਟੈਕਨੀਕਲੀ ਇਹ ਕਿਤੇ ਵੀ ਕੰਸੀਡਰ ਨਹੀਂ ਹੋਏਗਾ। ਹਾਂ, ਜਿਨ੍ਹਾਂ ਦੇ ਕੋਲ ਟ੍ਰੇਡ ਸਰਟੀਫਿਕੇਸ਼ਨਸ ਲੈਣੀ ਹੈਗੀ ਹੈ, ਐਟ ਟਾਈਮ ਕੈਨ ਬੀ ਕਾਊਂਟਡ ਟੁਵਰਡ ਦੋਜ਼ ਟ੍ਰੇਡ ਸਰਟੀਫਿਕੇਸ਼ਨਸ ਡੈਫੀਨਿਟਲੀ। ਹਾਂਜੀ ਮੈਮ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ, ਰੱਖੋ, ਕੀ ਸਵਾਲ ਪੁੱਛਣਾ ਚਾਹੁੰਦੇ ਹੋ? ਮੈਮ ਅਸੀਂ ਪੁੱਛ ਰਹੇ ਸੀ ਜਿਨ੍ਹਾਂ ਨੇ ਵਰਕ ਪਰਮਿਟ ਬਾਹਰੋਂ ਜਿੱਦਾਂ ਅਦਰ ਕੰਟਰੀ ਤੋਂ, ਆਸਟ੍ਰੇਲੀਆ ਵਗੈਰਾ ਤੋਂ ਲਾਇਆ ਹੋਇਆ, ਜਿੱਦਾਂ ਉਹਨਾਂ ਦਾ ਵਰਕ ਪਰਮਿਟ ਆਇਆ ਹੋਇਆ ਹਨਾ, ਸਟੈਂਪ ਉਹਨਾਂ ਦੇ ਲੱਗੀ ਹੋਈ ਆ ਜੀ, ਤੇ ਉਹ ਹੁਣ ਕੈਨੇਡਾ ਲਈ ਆ ਸਕਦੇ ਆ ਹੁਣ? ਜੀ ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸਰ ਤੁਸੀਂ ਸਵਾਲ ਸੁਣ ਲਿਆ, ਮੈਂ ਰਿਪੀਟ ਕਰਾਂ? ਜੀ, ਜਿਨ੍ਹਾਂ ਦੀ ਐਪਲੀਕੇਸ਼ਨ 18 ਮਾਰਚ ਤੋਂ ਪਹਿਲਾਂ ਵੀਜ਼ਾ ਲੱਗਾ ਹੋਇਆ, ਟੈਕਨੀਕਲੀ ਦੇ ਆਰ ਇੰਟਾਈਟਲਡ ਟੂ ਟਰੈਵਲ ਬੈਕ ਇਨ, ਪ੍ਰੋਵਾਈਡਡ ਉਸ ਕੰਟਰੀ ਤੋਂ ਪਲੇਨਸ ਆ ਰਹੇ ਹੋਣ। ਸੋ ਜੇ ਆਸਟ੍ਰੇਲੀਆ ਤੋਂ ਜੇ ਫਲਾਈਟਸ ਅਵੇਲੇਬਲ ਹੈਗੀਆਂ ਐਂਡ ਇਹਨਾਂ ਦਾ ਵੀਜ਼ਾ 18 ਮਾਰਚ ਤੋਂ ਪਹਿਲੇ ਦਾ ਲੱਗਾ ਹੋਇਆ, ਤੇ ਹੀ ਔਰ ਸ਼ੀ ਇਜ਼ ਇੰਟਾਈਟਲਡ ਟੂ ਟਰੈਵਲ ਇਨਟੂ ਕੈਨੇਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਅਸੀਂ ਜੀ ਮੇਰੇ ਬੇਟੇ ਨੇ ਵਰਕ ਪਰਮਿਟ ਲਿਆ ਗਿਆ DCA ਚੋਂ, ਤੇ ਵੀ ਉਹ ਓਪਨ ਲੈਟਰ ਆਉਣਾ ਹੋਵੇ ਵੀ ਟਰੱਕ ਚਲਾ ਸਕਦਾ ਹੈ, ਹੋ ਜਾਊਗਾ ਓਪਨ? ਮੈਮ ਤੁਸੀਂ ਆਪਣਾ ਕੁਐਸਚਨ ਥੋੜਾ ਜਿਹਾ ਉੱਚੀ ਆਵਾਜ਼ 'ਚ ਦੁਬਾਰਾ ਪੁੱਛੋਗੇ? ਮੈਨੂੰ ਤੁਹਾਡੀ ਆਵਾਜ਼ ਬਹੁਤ ਘੱਟ ਸੁਣ ਰਹੀ ਹੈ ਜੀ। ਮੇਰੇ ਬੇਟੇ ਨੇ ਨਾ DCA ਚੋਂ ਵਰਕ ਪਰਮਿਟ ਲਿਆ ਗਿਆ ਜੀ, ਖੇਤੀ ਦਾ ਜੀ। ਉਹ ਓਪਨ, ਹਾਂਜੀ ਖੇਤੀ ਦਾ ਓਪਨ ਕਰਾਉਣ ਨੂੰ ਕਹਿੰਦੇ ਆ ਵੀ ਜੇ ਓਪਨ ਹੋ ਜੇ ਤਾਂ ਵੀ ਫਿਰ ਬੇਟਾ ਟਰੱਕ ਚਲਾ ਸਕਦਾ, ਵੀ ਐਵੇਂ ਹੋ ਜਾਊਗਾ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਮੈਮ। ਥੈਂਕ ਯੂ ਕਾਲ ਕਰਨ ਲਈ। ਜੀ ਸਰ, ਇਹ ਆਪਣੇ ਬੌਂਡਡ ਵਰਕ ਪਰਮਿਟ ਨੂੰ ਓਪਨ ਵਰਕ ਪਰਮਿਟ 'ਚ ਕਨਵਰਟ ਕਰਨਾ ਚਾਹੁੰਦੇ ਨੇ, ਕੀ ਇਹ ਹੋ ਸਕਦਾ ਹੈ? ਜਿਹੜੇ EMPLOYER ਸਪੈਸੀਫਿਕ ਵਰਕ ਪਰਮਿਟ ਹੁੰਦੇ ਨੇ ਜਾਂ ਬੌਂਡਡ ਵਰਕ ਪਰਮਿਟ ਹੁੰਦੇ ਨੇ, ਉਹ ਓਪਨ ਦੇ ਵਿੱਚ ਕਨਵਰਟ ਨਹੀਂ ਹੋ ਸਕਦੇ ਜੀ। ਓਪਨ ਦੇ ਵਿੱਚ ਤਾਂ ਹੀ ਕਨਵਰਟ ਹੋ ਸਕਦੇ ਨੇ ਜੇ ਉਹ ਸਟੱਡੀ ਪਰਮਿਟ ਤੇ ਜਾਵੇ, ਪੜ੍ਹਾਈ ਖਤਮ ਕਰੇ, ਤੇ ਉਸ ਤੋਂ ਬਾਅਦ ਉਹਨੂੰ ਓਪਨ ਵਰਕ ਪਰਮਿਟ ਵਾਸਤੇ ਇੰਟਾਈਟਲਮੈਂਟ ਮਿਲ ਸਕਦੀ ਹੈਗੀ ਹੈ। ਬਟ ਐਂਡ ਜਿਹੜੇ ਫਾਰਮ ਵਰਕਰ ਦੇ ਵੀਜ਼ਾਸ ਹੈਗੇ ਨੇ ਜਾਂ ਫਾਰਮ ਵਰਕਰ ਦਾ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਹੈ, ਤੇ ਦੈਟ ਮੀਨਸ ਉਹ ਹੈਲਪਰ ਲੈਵਲ ਦਾ NOC C NOC D ਦਾ ਵਰਕ ਪਰਮਿਟ ਹੈਗਾ। BC ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਨਹੀਂ ਚੱਲ ਰਿਹਾ ਕਿ ਉਹ ਉਸ ਸਟੂਡੈਂਟ ਨੂੰ ਉਸ ਵਰਕ ਪਰਮਿਟ ਹੋਲਡਰ ਨੂੰ PR ਵਾਸਤੇ ਐਲੀਜੀਬਿਲਿਟੀ ਬਣ ਜਾਵੇ। ਓਨਟਾਰੀਓ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਇਹੋ ਜਿਹਾ ਪ੍ਰੋਗਰਾਮ ਚੱਲ ਰਿਹਾ। ਜੇ ਤੁਸੀਂ ਐਗਰੀਕਲਚਰ ਸੈਕਟਰ ਦੇ ਵਿੱਚ ਈਵਨ ਐਜ਼ ਅ ਲੇਬਰ ਕੰਮ ਕਰ ਰਹੇ ਹੋ,
ਫਾਰਮ ਵਰਕਰ ਕੰਮ ਕਰ ਰਹੇ ਹੋ ਤੇ ਓਨਟਾਰੀਓ ਦੇ ਵਿੱਚ ਜੇ ਤੁਹਾਡਾ EMPLOYER ਸਪੋਰਟ ਕਰਦਾ ਹੈ ਤੇ PNP ਦੇ ਥਰੂ ਤੁਸੀਂ PR ਵਾਸਤੇ ਐਲੀਜੀਬਲ ਹੋ ਸਕਦੇ ਹੋ। ਸੋ ਉਹਨਾਂ ਨੂੰ ਜਾਂ ਤਾਂ EMPLOYER ਚੇਂਜ ਕਰਨਾ ਪਏਗਾ ਤਾਂ ਹੀ ਉਹ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਪਾਏਗੀ, ਬਿਕੋਜ਼ ਅਸੀਂ ਬਹੁਤ ਸਾਰੇ ਕੇਸਿਸ ਇਹੋ ਜਿਹੇ ਦੇਖ ਰਹੇ ਹਾਂ ਤਰਨ, ਜਿੱਥੇ BC ਦੇ ਵਿੱਚ ਫਾਰਮ ਵਰਕਰ ਵੀਜ਼ਾ ਤਾਂ ਤੁਸੀਂ ਲੈ ਲੈਂਦੇ ਹੋ, ਵਰਕ ਪਰਮਿਟ ਤਾਂ ਲੈ ਲੈਂਦੇ ਹੋ, ਬਟ ਉੱਥੇ ਕੋਈ ਵੀ ਜੌਬ ਨਹੀਂ ਮਿਲਦੀ ਤੁਹਾਨੂੰ। EMPLOYER ਕਹਿੰਦਾ ਕਿ ਮੇਰੇ ਕੋਲ ਕੋਈ ਜੌਬ ਨਹੀਂ ਹੈਗੀ ਤੁਹਾਡੇ ਵਾਸਤੇ। ਜੇ ਜੌਬ ਨਹੀਂ ਹੋਏਗੀ, ਤੁਹਾਡਾ ਪੇਰੋਲ ਨਹੀਂ ਚੱਲੇਗਾ ਤੇ ਤੁਹਾਡੀ ਕੋਈ ਵੀ ਇੰਟਾਈਟਲਮੈਂਟ ਨਹੀਂ ਬਣਨੀ ਕਿਸੇ ਵੀ PR ਵਾਸਤੇ ਤੁਹਾਡੀ। ਈਵਨ ਸੁਪਰਵਾਈਜ਼ਰ ਲੈਵਲ ਦੇ ਜੇ ਤੁਹਾਨੂੰ ਨਹੀਂ ਮਿਲੇਗਾ ਵਰਕ ਪਰਮਿਟ, ਪੇਰੋਲ ਨਹੀਂ ਚੱਲੇਗਾ ਤੁਹਾਡਾ, ਤੁਸੀਂ ਕੰਮ ਨਹੀਂ ਕਰੋਗੇ EMPLOYER ਦੇ ਕੋਲ ਤੇ ਤੁਹਾਡੀ PR ਦੀ ਇੰਟਾਈਟਲਮੈਂਟ ਨਹੀਂ ਬਣਨੀ। ਸੋ ਮੈਂ ਹਮੇਸ਼ਾ ਕਹਿੰਦਾ ਕਿ ਪੈਸੇ ਖਰਚਣ ਲੱਗਿਆਂ ਤੁਸੀਂ ਉੱਥੇ ਇੰਡੀਆ ਦੇ ਵਿੱਚ ਏਜੰਟਾਂ ਨੂੰ ਪੈਸੇ 10 ਲੱਖ 20 ਲੱਖ 50 ਲੱਖ ਦੇਖਦਿਆਂ ਹੋਇਆ ਸੋਚਦੇ ਨਹੀਂ ਹੈਗੇ। ਤੁਹਾਨੂੰ ਲੱਗਦਾ ਕਿ ਕੈਨੇਡਾ ਜਾ ਕੇ ਸਾਡੇ ਪਤਾ ਨਹੀਂ PR ਹੀ ਸਾਨੂੰ ਡਾਲਰ ਦੇ ਪੇਡ ਹੀ ਮਿਲ ਜਾਣੇ ਹੈਗੇ ਨੇ। ਸੋ ਜਦੋਂ ਵੀ ਤੁਸੀਂ ਆਪਣੇ ਪੈਸੇ ਸਪੈਂਡ ਕਰਨ ਲੱਗੇ ਹੋ, ਵਾਈਜ਼ਲੀ ਸਪੈਂਡ ਕਰੋ, ਦੇਖੋ ਕਿ ਤੁਹਾਨੂੰ ਕੀ ਮਿਲ ਰਿਹਾ ਹੈਗਾ ਅੱਗੇ, ਤੁਹਾਡੇ ਕੋਲ ਇੰਟਾਈਟਲਮੈਂਟ। ਜਦੋਂ LMIA ਦੇਖਦੇ ਹੋ ਨਾ, LMIA ਦੇ ਉੱਤੇ ਲਿਖਿਆ ਹੁੰਦਾ ਤਰਨ ਉੱਥੇ ਕਿ $35 ਤੁਹਾਨੂੰ ਲੇਬਰ ਦੇ ਮਿਲਣੇ ਆ, ਉੱਥੇ $28 ਤੁਹਾਨੂੰ ਲੇਬਰ ਦੇ ਮਿਲਣੇ ਆ। ਇਹ ਲੈਜੀਟੀਮੇਟਲੀ ਤੁਸੀਂ ਆਪਣਾ ਦਿਮਾਗ ਲਗਾ ਕੇ ਸੋਚੋ ਕਿ ਤੁਸੀਂ ਇੰਨੇ ਪੈਸੇ ਦੇ ਕੇ ਇੰਨੇ ਪੈਸਿਆਂ ਦੀ ਜੌਬ ਸਿਰਫ ਕਾਗਜ਼ਾਂ ਦੇ ਵਿੱਚ ਹੀ ਤੁਹਾਨੂੰ ਮਿਲ ਰਹੀ ਹੈਗੀ, ਤੁਸੀਂ ਅਦਰਵਾਈਜ਼ ਤੁਹਾਨੂੰ ਕੋਈ ਜੌਬ ਨਹੀਂ ਮਿਲ ਰਹੀ। ਸੋ ਜਦੋਂ ਵੀ ਤੁਸੀਂ ਆਪਣੇ ਜੌਬ ਲੈਣ ਵਾਸਤੇ, ਵਰਕ ਪਰਮਿਟ ਵਾਸਤੇ ਜਾਓ, ਮੇਕ ਸ਼ੋਰ ਕਿ ਤੁਹਾਡੀ ਇੰਟਾਈਟਲਮੈਂਟ ਉਸ ਤਰ੍ਹਾਂ ਦੀ ਹੋਵੇ। ਐਂਡ ਇਨਫੋਰਮੇਸ਼ਨ ਲੈਣ ਵਾਸਤੇ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ, ਅਸੀਂ ਡੈਫੀਨਿਟਲੀ ਤੁਹਾਨੂੰ ਗਾਈਡ ਕਰਾਂਗੇ। ਜੀ ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਜੀ ਇਹ ਪੁੱਛਣਾ ਚਾਹਣਾ ਜੀ, ਮੇਰੀ ਨਾ ਭਾਣਜੀ ਆ ਇੰਡੀਆ, ਉਹ ਡਾਕਟਰੀ ਦਾ ਉਹਦੇ ਕੋਲ ਹੈਗਾ BSc ਨਰਸਿੰਗ ਆ, ਉਹਦਾ 7 ਸਾਲ ਦਾ ਤਜਰਬਾ ਜੀ ਉੱਥੇ ਇੰਡੀਆ ਜੀ। ਤੇ ਉਹਦੇ ਬਾਰੇ ਪੁੱਛਣਾ ਚਾਹਣਾ ਵੀ ਉਹ ਇੱਥੇ ਹੈ ਕੋਈ ਕੈਟਾਗਰੀ ਜਿਹਦੇ ਨਾਲ ਇੱਥੇ ਆ ਸਕਦੇ ਨੇ, ਉਹਨਾਂ ਦੇ ਕੋਈ ਪੇਪਰ ਅਪਲਾਈ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਫਾਰਮ ਕੋਈ ਭਰ ਸਕਦੇ ਹਾਂ, ਇਹਦੇ ਬਾਰੇ ਪਤਾ ਲੈਣਾ ਜੀ। ਉਹਨਾਂ ਨੇ ਆਇਲਸ ਕਰ ਲਈ ਹੈ? ਆਈਲੈਟਸ ਉਹਨਾਂ ਦੇ 5 ਬੈਂਡ ਨੇ ਜੀ ਜਰਨਲ ਉਹਨਾਂ ਕੋਲ। ਜਰਨਲ 5 ਬੈਂਡ BSc ਨਰਸਿੰਗ ਉਹਨਾਂ ਨੇ ਕੀਤੀ ਹੋਈ ਹੈ। ਹਾਂਜੀ, BSc ਨਰਸਿੰਗ ਕੀਤੀ ਹੈ, ਇਸ ਟਾਈਮ ਕੰਮ ਕਰ ਰਹੇ ਨੇ। ਬਟ ਪ੍ਰੋਬਲਮ ਇਹ ਆ ਵੀ ਜਿਹੜਾ ਡਾਕਟਰ ਨੇ ਉਹ ਹਸਪੀਟਲ 'ਚ ਕਰਦੇ ਨੇ ਉਹ ਕੈਸ਼ ਹੀ ਲੈ ਲੈਂਦੇ ਨੇ, ਉਹਨਾਂ ਨੂੰ ਉਹਦੇ 'ਚ ਅਕਾਊਂਟ 'ਚ ਨਹੀਂ ਪਾਉਂਦੇ। ਜੇ ਕਹਿਣਗੇ ਤਾਂ ਆਪਾਂ ਅਕਾਊਂਟ 'ਚ ਵੀ 2-3 ਮਹੀਨੇ ਤੋਂ ਆ ਸਕਦੇ ਹਾਂ ਪੈਸੇ, ਹੈ ਨਾ, ਜਿਹੜੇ ਲੈ ਰਹੇ ਨੇ ਤਨਖਾਹ। ਜੀ ਜੀ ਮਨੂ ਜੀ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਰਿਪਲਾਈ ਕਰੋਗੇ? ਚਰਨ ਜੀ ਤੁਹਾਨੂੰ ਥੋੜਾ ਜਿਹਾ ਦੁਬਾਰਾ ਮੈਂ ਬਿਲਕੁਲ ਜੀ ਬਿਲਕੁਲ ਜੀ, ਤੁਸੀਂ ਹੋਲਡ ਰਹੋ, ਮੈਂ ਤੁਹਾਨੂੰ ਹੁਣੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ। 1 ਮਿੰਟ, ਮੈਂ ਮਨੂ ਜੀ ਨਾਲ ਜਿਹੜਾ ਰਿਪਲਾਈ ਕਰ ਦੇਵਾਂ। ਇਹਨਾਂ ਦੀ ਸਰਪੰਚੀ ਆ, BSc ਨਰਸਿੰਗ ਕੀਤੀ ਹੋਈ ਇਹਨਾਂ ਨੇ ਇੰਡੀਆ ਦੇ ਵਿੱਚ ਤੇ 7 ਸਾਲ ਦਾ ਘੱਟੋ ਘੱਟ ਤਜਰਬਾ ਆ। ਜਰਨਲ ਆਇਲਸ ਦੇ ਵਿੱਚ ਇਹਨਾਂ ਦੇ 5 ਬੈਂਡ ਹੈਗੇ ਆ ਤੇ ਉਹ ਪੁੱਛਣਾ ਚਾਹੁੰਦੇ ਨੇ ਕੀ ਪ੍ਰੋਸੈਸ ਹੋ ਸਕਦਾ, ਉਹਨਾਂ ਨੂੰ ਬੁਲਾ ਸਕਦੇ ਨੇ। ਹਜੇ ਉਹ ਕੈਸ਼ ਦੇ ਉੱਤੇ ਕੰਮ ਕਰ ਰਹੇ ਨੇ, ਜੇ ਚਾਹਣ ਤਾਂ ਤੁਸੀਂ ਉਹ ਕਹਿੰਦੇ ਅਕਾਊਂਟ ਦੇ ਵਿੱਚ ਵੀ ਪਵਾ ਸਕਦੇ ਨੇ। ਕੀ ਕੋਈ ਉਹਨਾਂ ਲਈ ਆਪਸ਼ਨ ਹੈ? ਆਪਾਂ TV ਸਕਰੀਨ ਤੇ ਆਨਸਰ ਦੇ ਸਕਦੇ ਹਾਂ ਜਾਂ ਇਹਨਾਂ ਤੋਂ ਕੁਝ ਹੋਰ ਤੁਸੀਂ ਪੁੱਛਣਾ ਚਾਹੁੰਦੇ ਹੋ? ਬਸ ਤਰਨ ਮੈਂ ਜਵਾਬ ਦੇਣਾ ਚਾਹੁੰਦਾ ਜੀ ਸਰ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ, ਮੇਰੇ ਕੋਲ ਕਾਫੀ ਸਾਰੇ ਰਿਫਿਊਜ਼ਡ ਕੇਸ ਆਉਂਦੇ ਨੇ, ਜਿਹੜੇ ਨੈਨੀ ਦੇ ਤੌਰ ਤੇ ਐਪਲੀਕੇਸ਼ਨ ਪੁੱਟ ਅਪ ਕੀਤੀ ਤੇ ਐਪਲੀਕੇਸ਼ਨ ਰਿਫਿਊਜ਼ ਹੋ ਗਈ ਕਿਉਂਕਿ EMPLOYER ਨੇ ਜਦੋਂ ਇੰਟਰਵਿਊ ਕੀਤੀ ਵੀਜ਼ਾ ਅਫਸਰ ਨੇ, ਉਹਨੇ ਦੇਖਿਆ ਕਿ ਜਿਹੜਾ EMPLOYEE ਸੀਗਾ ਉਹ ਕੈਸ਼ ਸੈਲਰੀ ਲੈ ਰਿਹਾ। ਉਹਨੂੰ ਪੁੱਛਿਆ ਗਿਆ ਕਿ ਬਾਕੀ EMPLOYEES ਤੁਹਾਡੇ ਨਰਸਿੰਗ ਹੋਮ ਦੇ ਵਿੱਚ, ਤੁਹਾਡੇ ਹਸਪਤਾਲ ਦੇ ਵਿੱਚ ਉਹ ਵੀ ਕੈਸ਼ ਸੈਲਰੀ ਲੈਂਦੇ ਨੇ ਜੀ? ਉਹ ਕਹਿੰਦੇ ਜੀ ਨਹੀਂ, ਉਹ ਸੈਲਰੀ ਕੈਸ਼ ਨਹੀਂ ਮਿਲਦੀ, ਉਹਨਾਂ ਨੂੰ ਚੈੱਕ ਤੇ ਮਿਲਦੀ ਹੈ। ਜੇ ਉਹਨਾਂ ਨੂੰ ਚੈੱਕ ਤੇ ਮਿਲਦੀ ਹੈ ਤੇ ਤੁਹਾਨੂੰ ਕੈਸ਼ ਕਿਉਂ ਮਿਲਦੀ ਹੈ? ਸੋ ਬੇਸਿਕਲੀ ਤੁਹਾਡਾ ਫੇਕ ਐਕਸਪੀਰੀਅੰਸ ਹੈਗਾ ਹੈ। ਜੇ ਜੈਨੂਇਨ ਐਕਸਪੀਰੀਅੰਸ ਹੈਗਾ ਆ ਤੇ ਤੁਹਾਡੇ ਵਾਸਤੇ 2 ਆਪਸ਼ਨਸ ਵਰਕਆਊਟ ਹੋ ਸਕਦੀਆਂ। ਪਹਿਲੀ ਆਪਸ਼ਨ ਤੇ ਤੁਸੀਂ ਨੈਨੀ ਦੇ ਤੌਰ ਤੇ, ਕੇਅਰ ਗਿਵਰ ਦੇ ਤੌਰ ਤੇ ਤੁਹਾਡੀ ਐਪਲੀਕੇਸ਼ਨ ਲੱਗ ਸਕਦੀ ਹੈ, ਪ੍ਰੋਵਾਈਡਡ ਇੱਥੇ EMPLOYER ਤੁਹਾਡੇ ਕੋਲ ਹੋਵੇ। ਸੋ ਦੂਸਰੀ ਆਪਸ਼ਨ ਹੈਗੀ ਹੈ, ਜੇ ਕੁਝ PNP ਪ੍ਰੋਗਰਾਮਸ ਵੀ ਇਹੋ ਜਿਹੇ ਚੱਲ ਰਹੇ ਨੇ ਜਿਹਦੇ ਵਿੱਚ 5.5 ਬੈਂਡ ਦੇ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਹੈਗੇ ਹੋ ਕੇਅਰ ਗਿਵਰ ਦੇ ਤੌਰ ਤੇ ਕਿਸੇ ਨਰਸਿੰਗ ਹੋਮ, ਕਿਸੇ ਓਲਡ ਏਜ ਹੋਮ ਦੇ ਵਿੱਚ। ਸੋ ਇਹ ਆਪਸ਼ਨਸ ਤੁਹਾਡੇ ਵਾਸਤੇ ਵਰਕ ਕਰ ਸਕਦੀਆਂ, ਦੋਨੋਂ ਆਪਸ਼ਨ। ਬਟ ਕੈਸ਼ ਵਾਲੀ ਜਿਹੜੀ ਸੈਲਰੀ ਤੁਹਾਨੂੰ ਮਿਲ ਰਹੀ ਹੈਗੀ ਉਹ ਡੈਫੀਨੇਟਲੀ ਇੱਕ ਇਸ਼ੂ ਰਹੇਗਾ। ਉਹ ਆਫਿਸਰ ਨੂੰ, ਜੇ ਤੇ ਤੁਹਾਡੇ ਉਸ ਹਸਪਤਾਲ ਦੇ ਸਾਰੇ ਜਾਂ ਉਸ ਨਰਸਿੰਗ ਹੋਮ ਦੇ ਸਾਰੇ EMPLOYEES ਨੂੰ ਕੈਸ਼ ਸੈਲਰੀ ਮਿਲਦੀ ਹੈ, ਦੈਟ ਇਜ਼ ਫਾਈਨ।
ਜੇ ਬਾਕੀਆਂ ਨੂੰ ਚੈੱਕ ਤੇ ਮਿਲਦੀ ਹੈ ਤੇ ਸਿਰਫ ਇਹਨਾਂ ਨੂੰ ਕੈਸ਼ ਤੇ ਮਿਲਦੀ ਹੈ, ਇਹ ਵੱਡਾ ਉਸ ਟਾਈਮ ਤੇ ਇਸ਼ੂ ਰਹੇਗਾ ਤੇ ਐਂਡ ਰਿਫਿਊਜ਼ਲ ਦਾ ਚਾਂਸ ਵੀ ਇਹਦੇ ਤੇ ਬਣ ਸਕਦਾ। ਜੀ ਬਿਲਕੁਲ। ਤੇ ਸਰ ਇੱਕ ਕੁਐਸਚਨ ਹੋ ਰਿਹਾ ਕਿ ਜਿਹੜਾ ਇਸ ਵਕਤ ਵਰਕ ਪਰਮਿਟ ਤੇ ਇਸ ਵਕਤ ਕੰਮ ਕਰ ਰਹੇ ਨੇ, ਚਾਹੇ ਉਹ ਸਟੂਡੈਂਟਸ ਹੋਣ, ਇਸ ਵਕਤ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੰਮ ਕਰ ਰਹੇ ਨੇ ਜਾਂ ਵਰਕ ਪਰਮਿਟ ਵਾਲੇ ਕੰਮ ਕਰ ਰਹੇ ਨੇ, ਜੋ ਇਸ ਵਕਤ ਹਾਲਾਤ ਬਣੇ ਹੋਏ ਨੇ, ਕਈਆਂ ਨੂੰ ਲੇ ਆਫ ਮਿਲ ਚੁੱਕੀ ਹੈ ਜਾਂ ਕਈਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ, ਜਿਨ੍ਹਾਂ ਦਾ ਆਲਰੇਡੀ ਐਕਸਪੀਰੀਅੰਸ ਪੂਰਾ ਹੋਣ ਵਾਲਾ ਸੀ, ਕਿਸੇ ਦੇ 8 ਮਹੀਨੇ ਹੋ ਚੁੱਕੇ ਨੇ, ਕਿਸੇ ਦੇ 9 ਮਹੀਨੇ ਹੋ ਚੁੱਕੇ ਨੇ, ਅਜਿਹੇ ਵਿੱਚ ਕੀ ਉਹਨਾਂ ਦੇ ਹੁਣ ਅੱਗੇ PR ਪ੍ਰੋਸੈਸ ਦੇ ਉੱਤੇ ਇਸ ਦਾ ਅਸਰ ਪਏਗਾ? ਜੇ ਉਹ ਦੁਬਾਰਾ ਕਿਤੋਂ ਦੁਬਾਰਾ ਤੋਂ ਜੌਬ ਸਟਾਰਟ ਕਰਦੇ ਨੇ, ਪਿਛਲਾ ਐਕਸਪੀਰੀਅੰਸ ਕਾਊਂਟ ਹੋਏਗਾ ਜਾਂ ਦੁਬਾਰਾ ਤੋਂ ਸਾਰਾ ਇਹਨਾਂ ਨੂੰ ਕਰਨਾ ਪਏਗਾ? ਨਹੀਂ ਜੀ, ਪਿਛਲਾ ਐਕਸਪੀਰੀਅੰਸ ਪੂਰਾ ਕਾਊਂਟ ਹੋਏਗਾ। ਜਿਹੜੇ 8 ਮਹੀਨੇ ਜਾਂ 9 ਮਹੀਨੇ ਜਾਂ 10 ਮਹੀਨੇ ਉਹਨਾਂ ਨੇ ਕੰਮ ਕੀਤਾ, ਉਹਨਾਂ ਨੂੰ ਉਹਨੇ ਹੀ ਰਿਮਾਈਂਡਰ ਆਫ 1 ਈਅਰ ਉਹਨਾਂ ਨੂੰ ਕੰਮ ਕਰਨਾ ਪਏਗਾ ਐਂਡ ਉਹ CEC ਦੇ ਵਿੱਚ ਆਪਣੀ ਐਪਲੀਕੇਸ਼ਨ ਲਗਾਉਣ ਵਾਸਤੇ ਜਾਂ PNP ਦੇ ਵਿੱਚ ਅਟਲਾਂਟਿਕ ਦੀ ਪ੍ਰੋਵਿੰਸਿਸ ਦੀ ਗੱਲ ਕਰੀਏ ਤੇ PNP ਉੱਥੇ ਨੌਕਰੀ ਦੀ ਜੌਬ ਦੇ 1 ਸਾਲ ਬਾਅਦ ਤੁਸੀਂ ਲਗਾ ਸਕਦੇ ਹੋ। ਸੋ ਜੇ 8 ਮਹੀਨੇ ਕੰਮ ਕਰ ਲਿਆ, 4 ਮਹੀਨੇ ਹੋਰ ਕੰਮ ਕਰਨ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਲੱਗ ਸਕਦੀ ਹੈ। ਸੋ ਇਨਫੋਰਮੇਸ਼ਨ ਜੇ ਲੈਣਾ ਚਾਹੁੰਦੇ ਹੈਗੇ ਹੋ, ਕੋਈ ਕਨਫਿਊਜ਼ਨ ਹੈਗਾ ਤੇ ਹੇਠ ਲਿਖੇ ਨੰਬਰਾਂ ਦੇ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਵੀ ਕੈਨ ਗਾਈਡ ਯੂ ਲੁਕਿੰਗ ਐਟ ਯੂਰ ਇੰਡੀਵਿਜੂਅਲ ਸਰਕਮਸਟੈਂਸ। ਬਿਲਕੁਲ ਸਰ, ਇੱਕ ਆਖਰੀ ਪ੍ਰਸ਼ਨ ਇਹ ਜ਼ਰੂਰ ਹੈ ਕਿ ਇਸ ਵਕਤ ਜਿਨ੍ਹਾਂ ਨੇ ਰਿਫਿਊਜੀ ਇੱਥੇ ਆਏ ਹੋਏ ਸੀ, ਰਿਫਿਊਜੀ ਅਪਲਾਈ ਕਰਨਾ ਹੈ ਜਾਂ ਅਸਾਈਲਮ ਸੀਕਰਸ ਹੈਗੇ ਨੇ, ਕਿ ਉਹਨਾਂ ਦੀਆਂ ਐਪਲੀਕੇਸ਼ਨਸ ਨਵੀਆਂ ਜਿਹੜੀਆਂ ਨੇ ਉਹ ਐਕਸੈਪਟ ਕੀਤੀਆਂ ਜਾਣਗੀਆਂ ਜਾਂ ਫਿਰ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ? ਬਿਲਕੁਲ ਐਪਲੀਕੇਸ਼ਨ ਐਕਸੈਪਟ ਹੋ ਰਹੀ ਹੈ ਜੀ ਐਂਡ ਐਪਲੀਕੇਸ਼ਨ ਦਾ ਇੱਕ ਪ੍ਰੋਸੈਸ ਥੋੜਾ ਜਿਹਾ ਚੇਂਜ ਜ਼ਰੂਰ ਹੋਇਆ। ਜੇ ਕੋਈ ਇਹੋ ਜਿਹਾ ਐਪਲੀਕੈਂਟ ਹੈਗਾ ਜਿਹੜਾ ਪ੍ਰੋਗਰਾਮ ਸਾਡਾ ਸੁਣ ਰਿਹਾ, ਰਿਫਿਊਜੀ ਦੇ ਵਿੱਚ ਕੇਸ ਲਗਾਉਣਾ ਚਾਹੁੰਦੇ ਹੋ ਤੇ ICC ਇਮੀਗ੍ਰੇਸ਼ਨ ਦੇ ਸਾਨੂੰ ਸੰਪਰਕ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਵੀ ਕੈਨ ਗਾਈਡ ਯੂ ਐਂਡ ਵੀ ਕੈਨ ਗਾਈਡ ਯੂ ਥਰੂ ਦਾ ਇੰਟਾਇਰ ਕੇਸ ਐਜ਼ ਵੈਲ। ਐਂਡ ਅੱਜ ਦੀ ਤਰੀਕ ਦੇ ਵਿੱਚ ਥੋੜਾ ਜਿਹਾ ਪ੍ਰੋਸੈਸ ਜ਼ਰੂਰ ਚੇਂਜ ਹੈਗਾ, ਬਟ ਇੱਕ ਰਿਫਿਊਜੀ ਦੀਆਂ ਐਪਲੀਕੇਸ਼ਨਸ ਉਸੇ ਤਰ੍ਹਾਂ ਐਕਸੈਪਟ ਹੋ ਰਹੀਆਂ ਹੈਗੀਆਂ। ਅੱਜ ਦੀ ਤਰੀਕ ਦੇ ਵਿੱਚ ਜਿਹੜੇ ਵੀ ਰਿਫਿਊਜੀ ਪੁੱਟ ਅਪ ਕਰ ਰਹੇ ਨੇ, ਇੱਕ ਐਡਵਾਂਟੇਜ ਉਹਨਾਂ ਨੂੰ ਜ਼ਰੂਰ ਮਿਲ ਰਿਹਾ ਕਿ ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਅੱਜ ਦੀ ਰਿਫਿਊਜੀ ਐਪਲੀਕੇਸ਼ਨ ਦਾ ਹੈਗਾ ਉਹ ਤਕਰੀਬਨ 4-4.5 ਸਾਲ ਦੇ ਆਸ-ਪਾਸ ਹੋਇਆ। ਸੋ 4-4.5 ਸਾਲ ਉਹ ਇੱਥੇ ਰਹਿ ਸਕਣਗੇ ਹੀਅਰਿੰਗ ਤੋਂ ਪਹਿਲਾਂ। ਸੋ ਉਦੋਂ ਜਦੋਂ ਹੀਅਰਿੰਗ ਆਏਗੀ ਤਾਂ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਨੀ ਪਏਗੀ। ਸੋ ਤੁਸੀਂ ਜੇ ਆਪਣਾ ਕੋਈ ਇਹੋ ਜਿਹਾ ਕੇਸ ਪੁੱਟ ਅਪ ਕਰਨ ਜਾ ਰਹੇ ਹੋ ਐਂਡ ਜੈਨੂਇਨ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੇ ICC ਇਮੀਗ੍ਰੇਸ਼ਨ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਸਰ, ਜਿਨ੍ਹਾਂ ਦੇ ਪਿੱਛੇ ਟੂਰਿਸਟ ਵੀਜ਼ਾ ਇਸ ਵਕਤ ਲੱਗੇ ਹੋਏ ਨੇ ਕੈਨੇਡਾ ਦੇ, ਉਹਨਾਂ ਦੇ ਵੀ ਜ਼ਿਹਨ ਦੇ ਵਿੱਚ ਇਹ ਜ਼ਰੂਰ ਹੈਗਾ ਕਿ ਉਹਨਾਂ ਦੇ ਵੀਜ਼ਾ ਜੇ ਐਕਸਪਾਇਰ ਹੋ ਗਏ ਜਾਂ ਉਹਨਾਂ ਨੂੰ ਕੱਲ ਨੂੰ ਦੁਬਾਰਾ ਕਰਨਾ ਪਏਗਾ, ਕਿਤੇ ਵੀਜ਼ਾਸ ਦੇ ਵਿੱਚ ਚੇਂਜਸ ਨਾ ਆ ਜਾਣ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ, ਉਹਨਾਂ ਦੇ ਸਵਾਲ ਅਸੀਂ ਲੈ ਲਈਏ। ਹੈਲੋ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਅਸੀਂ ਤੁਹਾਡਾ ਪ੍ਰੋਗਰਾਮ ਬਹੁਤ ਲਾਈਕ ਕਰਦੇ ਹਾਂ ਜੀ, ਬਹੁਤ ਦੇਖਦੇ ਹਾਂ। ਥੈਂਕ ਯੂ ਸੋ ਮਚ ਸਰ। ਤੇ ਬਹੁਤ ਵਧੀਆ ਲੱਗਦਾ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹੁਣ ਅਸੀਂ ਪੁੱਛ ਰਹੇ ਸੀ ਜੀ ਇਮੀਗ੍ਰੇਸ਼ਨ ਬਾਰੇ ਪੁੱਛਣਾ ਸੀ ਅਸੀਂ, ਜਿੱਦਾਂ ਜਿਨ੍ਹਾਂ ਨੇ ਸਟੱਡੀ ਵੀ ਪੂਰੀ ਕਰ ਲਈ ਹੈ, ਐਕਸਪੀਰੀਅੰਸ ਵੀ ਹੋ ਗਿਆ, ਹੁਣ ਜਿੱਦਾਂ ਫੈਡਰਲ ਦੇ ਵਿੱਚ ਉਹ ਫਾਈਲਾਂ ਲਾਉਣੀਆਂ ਨੇ ਹਨਾ, ਉਹਨਾਂ ਨੂੰ ਮਾਰਕਸ਼ੀਟ ਦੀ ਜ਼ਰੂਰਤ ਹੈ, ਆਈਲੈਟਸ ਦੀ ਮਾਰਕਸ਼ੀਟ ਤੋਂ ਬਿਨਾਂ ਲੱਗਦੇ ਨਹੀਂ। ਤੇ ਹੁਣ ਫੈਡਰਲ ਦਾ ਹੁਣ ਜਿੱਦਾਂ ਗ੍ਰਾਫ ਥੱਲੇ ਆ ਰਿਹਾ ਤੇ ਉਹਨਾਂ ਦੇ ਪੁਆਇੰਟ ਬਣਦੇ ਆ ਤੇ ਫਿਰ ਉਹ ਕੀ ਕਰਨ ਜੀ? ਹੁਣ ਜਿੱਦਾਂ ਮਾਰਕਸ਼ੀਟ ਆਈਲੈਟਸ ਦੇ ਐਗਜ਼ਾਮ ਵੀ ਨਹੀਂ ਹੋ ਰਹੇ, ਉਹ ਵੀ ਅੱਗੇ ਦੀ ਅੱਗੇ ਜਾ ਰਹੇ ਆ, ਉਹਨਾਂ ਲਈ ਕੋਈ ਹੈ ਆਪਸ਼ਨ ਤਾਂ ਦੱਸੋ ਜੀ। ਬਿਲਕੁਲ ਜੀ, ਬਹੁਤ ਹੀ ਵਾਜਿਬ ਸਵਾਲ ਤੁਸੀਂ ਜਿਹੜਾ ਪੁੱਛਿਆ ਹੈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਓਕੇ ਜੀ ਸਰ। ਪਹਿਲੀ ਗੱਲ ਤਾਂ ਇਹਨਾਂ ਦੀ ਐਲੀਜੀਬਿਲਟੀ ਤਾਂ ਹੀ ਬਣੇਗੀ ਜੇ ਇਹਨਾਂ ਦੇ ਕੋਲ ਆਈਲੈਟ ਸਕੋਰ ਹੱਥ ਦੇ ਵਿੱਚ ਹੋਏਗਾ। ਸੋ ਜੇ ਆਈਲੈਟ ਸਕੋਰ ਹੱਥ ਦੇ ਵਿੱਚ ਨਹੀਂ ਹੈਗਾ ਤੇ ਅਸਿਊਮ ਕਰਕੇ ਸਕੋਰ ਹੈ, ਆਪਣਾ ਸਕੋਰ ਬਣਾ ਰਹੇ ਨੇ CRS ਸਕੋਰਸ। ਸੋ ਬੇਸਿਕਲੀ ਇਹਨਾਂ ਦੀ ਐਪਲੀਕੇਸ਼ਨ ਨਹੀਂ ਲੱਗ ਸਕਦੀ। ਜਦੋਂ ਵੀ ਕੇਸ ਪੁੱਟ ਅਪ ਕਰਨਾ ਹੈ, ਦੋ ਚੀਜ਼ਾਂ ਜ਼ਰੂਰ ਚਾਹੀਦੀਆਂ। ਜੇ ਪਿੱਛੋਂ ਗ੍ਰੈਜੂਏਸ਼ਨ ਦੇ ਤੁਸੀਂ ਪੁਆਇੰਟਸ ਕੰਸੀਡਰ ਕਰਵਾ ਰਹੇ ਹੋ ਜਾਂ ਮਾਸਟਰਸ ਦੇ ਕਰਵਾ ਰਹੇ ਹੋ ਤੇ ਤੁਹਾਡੇ ਕੋਲ ਡਿਗਰੀ ਅਸੈਸਮੈਂਟਸ ਹੋਣੀਆਂ ਚਾਹੀਦੀਆਂ। ਦੂਜਾ ਆਈਲੈਟਸ ਜ਼ਰੂਰ ਹੋਣਾ ਚਾਹੀਦਾ। ਆਈਲੈਟਸ ਤੋਂ ਜਾਂ ਸੈਲਪਿਪ ਤੋਂ ਬਿਨਾਂ ਤੁਹਾਡੀ ਐਪਲੀਕੇਸ਼ਨ ਪੁੱਟ ਅਪ ਨਹੀਂ ਹੋ ਸਕਦੀ। ਸੋ ਆਹ ਚੀਜ਼ਾਂ ਲਾਜ਼ਮੀ ਹੈਗੀਆਂ। ਹਾਂ, ਜਿੰਨੇ ਵੀ ਦੋਸਤ ਕੁਆਲੀਫਾਈ ਕਰ ਰਹੇ ਨੇ ਐਂਡ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ, ICC ਇਮੀਗ੍ਰੇਸ਼ਨ ਤੇ ਅਸੀਂ ਅੱਜ ਦੀ ਤਰੀਕ ਦੇ ਵਿੱਚ ਲੁਕਿੰਗ ਇਨਟੂ ਦਾ ਪ੍ਰੈਜ਼ੈਂਟ ਸਰਕਮਸਟੈਂਸਸ ਐਂਡ ਬੱਚਿਆਂ ਦੇ ਹਾਲਾਤਾਂ ਨੂੰ ਵੀ ਦੇਖਦੇ ਹੋਏ ਹਾਂ, ਕਈਆਂ ਦੇ ਕੋਲ ਜੌਬ ਹੈਗੀਆਂ, ਕਈਆਂ ਕੋਲ ਨਹੀਂ ਹੈਗੀ, ਅਸੀਂ ਸਪੈਸ਼ਲ ਪ੍ਰਾਈਜ਼ਿੰਗਸ ਪੁੱਟ ਅਪ ਕੀਤੀਆਂ ਸੋ ਬੱਚੇ ਇਹਨਾਂ ਸਪੈਸ਼ਲ ਪ੍ਰਾਈਜ਼ਸ ਦਾ ਬੈਨੀਫਿਟ ਲੈ ਸਕਦੇ ਨੇ ਤੇ ICC ਇਮੀਗ੍ਰੇਸ਼ਨ ਨਾਲ ਕੰਟੈਕਟ ਜੀ। ਬਿਲਕੁਲ ਜੀ, ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਆ ਲਾਸਟ ਕਾਲ ਲੈ ਰਹੇ ਹਾਂ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੱਸੋ ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਜੀ ਸਰੀ ਤੋਂ ਹੀ ਬੋਲਦੇ ਹਾਂ ਜੀ। ਅਸੀਂ ਪੁੱਛਣਾ ਸੀਗਾ, ਸਾਡੇ ਬੇਟੇ ਦਾ 8 ਮਹੀਨੇ ਹੋ ਗਏ ਲਾਏ ਨੂੰ ਵਰਕ ਪਰਮਿਟ ਦੁਬਈ ਤੋਂ ਟਰਾਲਾ ਚਲਾਉਂਦਾ ਤੇ ਡਰਾਈਵਰ ਵਾਸਤੇ, ਤੇ ਹਜੇ ਕੋਈ ਉਹਨਾਂ ਦਾ ਜਵਾਬ ਹੀ ਨਹੀਂ ਆਇਆ ਜੀ। ਸਰ 8 ਮੰਥ ਹੋ ਚੁੱਕੇ ਨੇ, ਤੁਸੀਂ ਕੁਝ ਪੁੱਛਣਾ ਚਾਹੋਗੇ ਇਹਨਾਂ ਤੋਂ? 8 ਮਹੀਨੇ ਹੋ ਗਏ, ਦੈਟ ਮੀਨਸ ਇਟ ਇਜ਼ ਔਨ ਅ ਹਾਇਰ ਸਾਈਡ। ਇਹਦਾ ਜਵਾਬ ਹਾਲੇ ਤੱਕ ਆ ਜਾਣਾ ਚਾਹੀਦਾ ਸੀ। ਉਹਨਾਂ ਦੀ ਇੰਟਰਵਿਊ ਹੋਈ ਹੈ ਜੀ? ਉਹਨਾਂ ਦੀ ਇੰਟਰਵਿਊ ਹੋ ਗਈ ਹੈ ਮੈਮ।
ਜੀ ਉਹਨਾਂ ਦੇ ਪਹਿਲਾਂ ਫਿੰਗਰਪ੍ਰਿੰਟ ਹੋਏ ਸੀ, ਬਾਅਦ ਚ ਤਾਂ ਉਹਨਾਂ ਨੇ ਕੋਈ ਕੁਛ ਨਹੀਂ ਦੱਸਿਆ। ਫਿੰਗਰਪ੍ਰਿੰਟ ਹੋ ਚੁੱਕੇ ਨੇ ਸਰ, ਕਹਿੰਦੇ ਉਸ ਤੋਂ ਬਾਅਦ ਕੋਈ ਰਿਪਲਾਈ ਨਹੀਂ ਆਇਆ। ਹਾਂਜੀ 19 ਦੇ Fingerprinting ਤੋਂ 2019 ਦੇ ਅਗਸਤ ਤੋਂ ਲਾਇਆ ਹੈ ਸਾਡਾ ਜੀ ਜੀ ਜੇ ਅਗਸਤ ਦੇ ਫਿੰਗਰਪ੍ਰਿੰਟਿੰਗ ਹੋਏ ਨੇ, ਆਈ ਥਿੰਕ ਇਟ ਇਜ਼ ਅ ਹਾਈ ਟਾਈਮ ਤੁਸੀਂ ਜਿਹੜੇ ਵੀ ਆਪਣੇ ਏਜੰਟ ਤੋਂ ਜਾਂ ਕੰਸਲਟੈਂਟ ਦੇ ਥਰੂ ਫਾਈਲ ਪੁੱਟ ਅਪ ਕੀਤੀ ਸੀ ਉਹਨਾਂ ਨੂੰ ਪੁੱਛੋ ਕਿ ਤੁਹਾਡੀ ਫਾਈਲ ਦਾ ਸਟੇਟਸ ਕੀ ਹੈਗਾ। ਜੇ ਖੁਦ ਲਗਾਈ ਸੀਗੀ ਤੇ ਈਮੇਲਸ ਚੈੱਕ ਕਰੋ ਐਂਡ ਤੁਹਾਨੂੰ ਜਵਾਬ ਜ਼ਰੂਰ ਆਇਆ ਹੋਏਗਾ, ਜਾਂ ਜੇ ਬਿਲਕੁਲ ਵੀ ਕੁਝ ਵੀ ਨਹੀਂ ਆਇਆ, ਖੁਦ ਐਪਲੀਕੇਸ਼ਨ ਪੁੱਟ ਅਪ ਕੀਤੀ ਸੀ ਤੇ ਤੁਸੀਂ ਕੁਐਰੀ ਵੀ ਪੁੱਟ ਅਪ ਕਰ ਸਕਦੇ ਹੋ ਕਿ ਤੁਹਾਡਾ ਸਟੇਟਸ ਕੀ ਹੈਗਾ ਤੁਹਾਡੀ ਐਪਲੀਕੇਸ਼ਨ ਦਾ। ਐਂਡ 99% ਇਹਦਾ ਹਾਲੇ ਤੱਕ ਜਵਾਬ ਆ ਚੁੱਕਾ ਹੋਣਾ ਚਾਹੀਦਾ। ਤੇ ਸਰ ਆਲਮੋਸਟ ਸਾਡੇ ਜਿਹੜੇ ਦਰਸ਼ਕਾਂ ਦੇ ਜਿਹੜੀਆਂ ਕਾਲ ਸੀ ਉਹ ਵੀ ਅਸੀਂ ਅਟੈਂਡ ਕੀਤੀਆਂ ਨੇ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਬਹੁਤੀ ਵਾਰੀ ਇੱਦਾਂ ਹੁੰਦਾ ਕਿ ਲਾਈਵ ਪ੍ਰੋਗਰਾਮ ਤੋਂ ਬਾਅਦ ਤੁਸੀਂ ਜਦੋਂ ਕਾਲਸ ਕਰਦੇ ਹੋ ਤਾਂ ਸਟੂਡੀਓ ਦੇ ਵਿੱਚ ਸੇਮ ਨੰਬਰ ਤੇ ਕਾਲ ਕਰਦੇ ਹੋ। ਸੋ ਲਾਈਵ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਮਨੂ ਦੱਤਾ ਜੀ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਰੈੱਡ ਤੁਸੀਂ ਦੇਖ ਸਕਦੇ ਹੋ ਕਿ ਰੈੱਡ ਨੰਬਰ ਦੇ ਵਿੱਚ ਉਹਨਾਂ ਦਾ ਵਾਈਟ ਦੇ ਵਿੱਚ ਲਿਖਿਆ ਹੋਇਆ ਉਹਨਾਂ ਦੇ ਨੰਬਰ। ਸੋ ਤੁਸੀਂ ਮਨੂ ਦੱਤਾ ਜੀ ਨੂੰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ। ਸੋ ਬਹੁਤੀ ਵਾਰੀ ਇੱਦਾਂ ਹੁੰਦਾ ਕਿ ਦਰਸ਼ਕ ਸਟੂਡੀਓ ਵਿੱਚ ਕਾਲ ਕਰਦੇ ਨੇ। ਸਰ ਫਿਰ ਵੀ ਇੱਕ ਵਾਰੀ ਤੁਸੀਂ ਆਪਣੇ ਆਪ ਜ਼ਰੂਰ ਦੱਸ ਦਿਓ ਕਿ ਜੇਕਰ ਤੁਹਾਡੇ ਨਾਲ ਕੋਈ ਸੰਪਰਕ ਸਾਧਨਾ ਚਾਹੁੰਦਾ ਤਾਂ ਕਿਵੇਂ ਕਰ ਸਕਦੇ ਨੇ। ਤਰਨ ਜੀ ਜਾਣ ਤੋਂ ਪਹਿਲਾਂ ਇੱਕੋ ਚੀਜ਼ ਕਹਿਣਾ ਚਾਹੂੰਗਾ, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਖਾਸ ਕਰ ਜਿਹੜੇ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ, ਜਿਨ੍ਹਾਂ ਦਾ ਪੋਸਟ ਗ੍ਰੈਡ ਵਰਕ ਪਰਮਿਟ ਸਾਲ ਦਾ ਘੱਟੋ ਘੱਟ ਨਿਕਲ ਚੁੱਕਾ ਹੈ ਐਂਡ ਹਾਲੇ ਤੱਕ ਉਹਨਾਂ ਨੂੰ ਆਪਸ਼ਨਸ ਨਹੀਂ ਸਮਝ ਆ ਰਹੀਆਂ ਕਿ ਕਿਸ ਤਰ੍ਹਾਂ PR ਪੋਸੀਬਲ ਹੋਏਗੀ, ਅਸੀਂ ਇਹੋ ਜਿਹੇ ਸਾਰੇ ਬੱਚਿਆਂ ਨੂੰ ਸੱਦਾ ਦਿੰਦੇ ਹਾਂ ਕਿ ਇੱਕ ਵਾਰੀ ICC ਇਮੀਗ੍ਰੇਸ਼ਨ ਤੇ 1-on-1 ਅਪਾਇੰਟਮੈਂਟ ਜ਼ਰੂਰ ਬਣਾਓ ਐਂਡ ਜਾਂ ਵੀਡੀਓ ਕਾਨਫਰੰਸਿੰਗ ਜਾਂ ਫੋਨ ਦੇ ਰਾਹੀਂ, ਤਾਂ ਕਿ ਅਸੀਂ ਤੁਹਾਨੂੰ ਸੁਜੈਸਟ ਕਰ ਸਕੀਏ ਤੁਹਾਡੇ ਵਾਸਤੇ ਮੋਸਟ ਅਪਰੋਪਰੀਏਟ ਆਪਸ਼ਨ। ਅੱਜ ਦੀ ਤਰੀਕ ਦੇ ਵਿੱਚ ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਨਿਊ ਫਾਊਂਡਲੈਂਡ, ਲੈਬਰਾਡੋਰ ਆਰ ਗੁੱਡ ਅਮੇਜ਼ਿੰਗ ਆਪਸ਼ਨਸ ਫॉर ਇੰਟਰਨੈਸ਼ਨਲ ਸਟੂਡੈਂਟਸ, ਖਾਸ ਕਰ ਜਿਨ੍ਹਾਂ ਦਾ ਸਾਲ ਜਾਂ ਸਵਾ ਸਾਲ ਜਾਂ 1.5 ਸਾਲ ਨਿਕਲ ਚੁੱਕਾ ਹੈ, ਤਾਂ ਕਿ ਤੁਹਾਡੀ PR ਪੋਸੀਬਲ ਹੋਵੇ। ਜੇ ਤੁਸੀਂ ਸਿਰਫ ਸੁਪਨਿਆਂ ਦੇ ਰਾਹੀਂ ਬੈਠੇ ਰਹੋਗੇ, ਓਨਟਾਰੀਓ PNP ਦੇ ਵਿੱਚ ਐਪਲੀਕੇਸ਼ਨ ਪਿਕ ਹੋ ਜਾਣੀ ਹੈ ਜੀ ਮੇਰੀ 60,000 70,000 80,000 ਲੱਖ ਸਟੂਡੈਂਟ ਇਸ ਟਾਈਮ ਓਨਟਾਰੀਓ PNP ਦੇ ਸੁਪਨੇ ਲੈ ਕੇ ਬੈਠਾ ਹੋਇਆ ਐਂਡ ਉਹਨਾਂ ਨੂੰ ਜੌਬ ਉਹਨਾਂ ਨੂੰ ਐਸੇ ਕਰਕੇ ਘੱਟ ਸੈਲਰੀ ਮਿਲ ਰਹੀ ਹੈ ਜਿਹੜੇ ਪਲੇਸਮੈਂਟ ਏਜੰਸੀਜ਼ ਦੇ ਥਰੂ ਕਿ ਉਹ ਤੁਹਾਡੀ ਫਾਈਲ PR ਦੀ ਲੱਗ ਰਹੀ ਹੈ। ਇਹੋ ਜਿਹੇ ਝੂਠੇ ਸੁਪਨੇ ਛੱਡ ਦਿਓ ਐਂਡ ਪ੍ਰੈਕਟੀਕਲ ਜ਼ਮੀਨ ਤੇ ਆਪਣੇ ਪੈਰ ਰੱਖ ਕੇ ਸੋਚੋ ਕਿ ਤੁਹਾਡੇ ਮਾਪਿਓ ਨੇ ਜਿੰਨੇ ਔਖੇ ਹੋ ਕੇ ਤੁਹਾਨੂੰ ਇੱਥੇ ਸਰਫੇ ਕहीं ਕਰਕੇ ਤੁਹਾਨੂੰ ਇੱਥੇ ਔਖੇ ਹੋ ਕੇ ਪੜ੍ਹਨ ਵਾਸਤੇ ਭੇਜਿਆ, ਉਹਦਾ ਸਹੀ ਮੁੱਲ ਪਵੇ। ਐਂਡ ਉਹ ਮੁੱਲ ਪਾਉਣ ਵਾਸਤੇ ਲੁੱਕ ਫॉर ਆਪਸ਼ਨਸ ਦੈਟ ਵਿਲ ਐਕਚੁਅਲੀ ਵਰਕ ਫॉर ਯੂ। तो ਇਨਫੋਰਮੇਸ਼ਨ ਲੈਣ ਵਾਸਤੇ ICC ਇਮੀਗ੍ਰੇਸ਼ਨ ਨਾਲ ਕੰਟੈਕਟ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਐਂਡ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ ਬੈਕ ਹੋਮ, ਜ਼ਮੀਂਦਾਰੀ ਕਰਦੇ ਹੋ, ਠੇਕੇਦਾਰੀ ਕਰਦੇ ਪਏ ਹੋ, ਜਾਂ ਪ੍ਰੋਪਰਟੀ ਡੀਲਿੰਗ ਕਰਦੇ ਪਏ ਹੋ, ਜਾਂ ਕੋਈ ਬਿਜ਼ਨਸ ਕਰਦੇ ਪਏ ਹੋ ਐਂਡ ਕੈਨੇਡਾ ਦੇ ਵਿੱਚ ਇਸ ਟਾਈਮ ਮੌਜੂਦ ਹੈਗੇ ਹੋ, ਤੇ ਤੁਹਾਡੇ ਵਾਸਤੇ ਆਪਸ਼ਨ ਬਿਜ਼ਨਸ ਵਾਲੀਆਂ ਜ਼ਰੂਰ ਐਗਜ਼ਿਸਟ ਕਰਦੀਆਂ, ਓਨਰ ਓਪਰੇਟਰ ਦੀਆਂ, ਉਹਦੇ ਵਾਸਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ। ਐਂਡ ਇਨ ਕੇਸ ਤੁਸੀਂ ਬੈਕ ਹੋਮ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਯੂ ਆਰ ਲੁਕਿੰਗ ਕਿ ਕਿਹੜੀਆਂ ਆਪਸ਼ਨ ਤੁਹਾਡੇ ਵਾਸਤੇ ਅੱਜ ਦੀ ਤਰੀਕ ਦੇ ਵਿੱਚ, ਬਿਕੋਜ਼ ਲੋਕਡਾਊਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇੰਟਰੋਸਪੈਕਸ਼ਨ ਸ਼ੁਰੂ ਕਰ ਦਿੱਤੀ ਕਿ ਮੈਂ ਆਪਣੇ ਕੈਰੀਅਰ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਕਰਨਾ ਕੀ ਚਾਹੁੰਦਾ। ਲੋਟ ਆਫ ਪੀਪਲ ਵਾਂਟ ਟੂ ਮੂਵ ਆਊਟ ਆਫ ਇੰਡੀਆ। ਸੋ ਜੇ ਤੁਸੀਂ ਇੰਡੀਆ ਤੋਂ ਮੂਵ ਆਊਟ ਕਰਨਾ ਚਾਹੁੰਦੇ ਹੋ, ਕਿਸੇ ਹੋਰ ਮੁਲਕ ਤੋਂ ਮੂਵ ਆਊਟ ਕਰਨਾ ਚਾਹੁੰਦੇ ਹੋ ਐਂਡ ਆਪਸ਼ਨਸ ਲੱਭ ਰਹੇ ਹੋ, ਤੇ ਇੱਕ ਵਾਰੀ ICC ਤੇ ਜ਼ਰੂਰ ਕੰਟੈਕਟ ਕਰੋ। ਵੀ ਕੈਨ ਅਸਿਸਟ ਯੂ ਐਂਡ ਵੀ ਕੈਨ ਗਾਈਡ ਯੂ ਐਂਡ ਵੀ ਵਿਲ ਗਿਵ ਯੂ ਅ ਸਟ੍ਰੇਟ ਫਾਰਵਰਡ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੋਏਗੀ ਤੁਹਾਨੂੰ ਦੱਸਾਂਗੇ, ਜਿਹੜੀ ਚੀਜ਼ ਪੋਸੀਬਲ ਨਹੀਂ ਹੋਏਗੀ ਉਹ ਵੀ ਤੁਹਾਨੂੰ ਕਵਾਂਗੇ। ਡੂ ਨਾਟ ਵੇਸਟ ਯੂਰ ਹਾਰਡ ਐਂਡ ਮਨੀ ਐਂਡ ਐਫਰਟਸ ਔਨ ਥੀਸ ਥਿੰਗਸ। ਐਂਡ ਜਾਣ ਤੋਂ ਪਹਿਲਾਂ ਸਿਰਫ ਇੱਕੋ ਚੀਜ਼, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਤੇ ਇੱਕ ਵਾਰੀ RDMD ਦੀ ਟੀਮ, ICC ਇਮੀਗ੍ਰੇਸ਼ਨ ਦੀ ਟੀਮ ਨਾਲ ਜ਼ਰੂਰ ਕੰਟੈਕਟ ਕਰੋ। ਨੰਬਰ ਸਾਡਾ ਹੈਗਾ ਜੀ 9054612424। ਈਮੇਲ ID ਹੈਗੀ info@iccimmigration.ca। ਐਂਡ ਥੈਂਕ ਯੂ ਵੈਰੀ ਮਚ ਤਰਨ ਜੀ ਤੁਹਾਡਾ। ਸੋ ਮਚ ਸਰ ਸਾਡੇ ਪ੍ਰੋਗਰਾਮ ਜੁੜਨ ਲਈ ਤੇ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਥੈਂਕ ਯੂ। ਸੋ ਮੇਰੇ ਦਰਸ਼ਕ ਵੀ ਇਸ ਵਕਤ ਸਾਨੂੰ ਕੁਝ ਕਾਲ ਕਰ ਰਹੇ ਸੀ। ਸੋ ਤੁਹਾਨੂੰ ਦੱਸ ਦਈਏ ਕਿ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ। ਅਸੀਂ ਨੈਕਸਟ ਟਾਈਮ 3 ਤੋਂ ਲੈ ਕੇ 4 ਵਜੇ ਤੱਕ ਅਸੀਂ ਮੋਸਟਲੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਚਾਹੇ ਉਹ ਅਮਰੀਕਨ ਇਮੀਗ੍ਰੇਸ਼ਨ ਹੋਵੇ, US ਦਾ ਇਮੀਗ੍ਰੇਸ਼ਨ ਹੋਵੇ, ਜੋ ਚੇਂਜਸ ਹੋਏ ਉਹਦੇ ਬਾਰੇ ਜਾਣਕਾਰੀ ਦਈਏ, ਜਾਂ ਫਿਰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਸੀਂ ਵਧੇਰੇ ਜਾਣਕਾਰੀ ਚਾਹੁੰਦੇ ਹੋ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇ ਸਕੀਏ। ਸੋ ਕੁਝ ਦਰਸ਼ਕ ਅਜੇ ਵੀ ਕਰ ਰਹੇ ਸਨ। ਸਾਹਿਲ ਅਰੋੜਾ ਜੀ ਪੁੱਛ ਰਹੇ ਨੇ ਕਿ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਪੁੱਛ ਰਹੇ ਨੇ ਕਿ ਐਕਸਪ੍ਰੈਸ ਐਂਟਰੀ ਦੇ ਰਿਗਾਰਡਿੰਗ ਕੋਈ ਨਵੀਂ ਅਪਡੇਟ ਹੋਵੇ। ਸੋ ਤੁਸੀਂ ਪਲੀਜ਼ ਸਰ ਸਕਰੋਲ ਕਰਕੇ ਪ੍ਰੋਗਰਾਮ ਨੂੰ ਥੋੜਾ ਬੈਕ ਦੇ ਵਿੱਚ ਦੇਖੋ ਤੇ ਉਹਦੇ ਵਿੱਚ ਅਸੀਂ ਐਕਸਪ੍ਰੈਸ ਐਂਟਰੀ ਦੇ ਬਾਰੇ ਵਿੱਚ ਵੀ ਗੱਲਬਾਤ ਕੀਤੀ ਹੋਈ ਆ। ਫਿਲਹਾਲ ਉਮੀਦ ਕਰਦੇ ਹਾਂ ਜੀ ਤੁਹਾਨੂੰ ਜਿੰਨੀ ਜਾਣਕਾਰੀ ਚਾਹੀਦੀ ਸੀ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਨੇ। ਕੋਈ ਤੁਹਾਡਾ ਕੋਈ ਐਕਸਟਰਾ ਸਵਾਲ ਹੈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ, ਜਾਂ ਫਿਰ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ channelhamdard@gmail.com ਤੇ। ਇਸ ਦੇ ਨਾਲ ਹੀ ਫਿਲਹਾਲ ਤਰਨਜੀਤ ਕੌਰ ਨੂੰ ਦਿਓ ਇਜਾਜ਼ਤ। ਸ਼ਾਮ ਨੂੰ 6 ਤੋਂ ਲੈ ਕੇ 7 ਵਜੇ ਤੱਕ ਫਿਰ ਹੋਵਾਂਗੇ ਇੱਕ ਵਾਰ ਤੁਹਾਡੇ ਹਾਜ਼ਰ ਸਾਹਮਣੇ ਲਾਈਵ ਪ੍ਰੋਗਰਾਮ ਵਿੱਚ ਮਰਗਿਨ ਨਾਚੀ ਨਾਲ, ਤੇ ਗੱਲਾਂ ਬਾਤਾਂ ਕਰਾਂਗੇ ਜੋ ਇਸ ਵਕਤ ਤਾਜ਼ਾ ਹਾਲਾਤ ਬਣੇ ਹੋਏ ਨੇ ਕਰੋਨਾ ਵਾਇਰਸ ਦੇ ਕਰਕੇ ਉਹਦੇ ਉੱਤੇ। ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।